ਅਸੀਂ ਜਦੋਂ ਬਾਣੀ ਪੜਾਂਗੇ ਇੱਕ ਇਤਿਹਾਸਕ ਪੱਖ ਹੈ, ਇੱਕ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੰਮ੍ਰਿਤ ਬੋਲ ਨੇ। ਅੱਜ ਵੀ ਮੈਂ ਇਤਿਹਾਸ ਦੇ ਨਾਲ ਇੱਕ ਸ਼ਬਦ ਆਪ ਨਾਲ ਸਾਂਝਾ ਕਰਨਾ ਔਰ ਸਵੇਰੇ ਅਰਜ਼ ਵੀ ਕੀਤੀ ਹੈ ਕਿ ਗੁਰਸਿੱਖੋ, ਸ਼ਹਾਦਤ ਵਾਲੇ ਦਿਨ ਬਿਲਕੁਲ ਸਰਲ ਸ਼ਬਦ ਸਤਿਗੁਰਾਂ ਨੇ ਬ੍ਰਜ ਭਾਸ਼ਾ ਤੇ ਹਿੰਦਵੀ ਹੈ, ਘੱਟੋ ਘੱਟ ਸਤਿਗੁਰਾਂ ਦੇ ਸਲੋਕਾਂ ਦਾ ਪਾਠ ਜ਼ਰੂਰ ਕਰਿਓ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਆਪਾਂ ਆਪਣੇ ਅੰਦਰ ਨੂੰ ਜੋੜ ਸਕੀਏ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਨੇ ਗੁਰੂ ਘਰ ਦੇ ਅੰਦਰ ਗੁਰਮੁਖੋ ਤਕਰੀਬਨ ਗੁਰੂ ਅਰਜੁਨ ਦੇਵ ਜੀ ਤੋਂ 60 ਸਾਲ ਬਾਅਦ, ਫਿਰ ਸ਼ਬਦ ਸੁਣਿਓ, ਗੁਰੂ ਅਰਜੁਨ ਦੇਵ ਜੀ ਤੋਂ 60 ਸਾਲ ਬਾਅਦ ਸਤਿਗੁਰਾਂ ਦੇ ਘਰ ਵਿੱਚ ਬਾਣੀ ਦਾ ਉਚਾਰਨ ਹੋਇਆ। ਕਿਉਂਕਿ ਗੁਰੂ ਹਰਕ੍ਰਿਸ਼ਨ ਸਾਹਿਬ ਸਨ 1664 ਨੂੰ ਪ੍ਰਭਪੁਰ ਪਿਆਨਾ ਕਰਦੇ ਆ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹ ਗੁਰਿਆਈ ਤੇ ਗੁਰੂ ਪਦ ਤੇ ਅਸੀਨ ਹੁੰਦੇ ਆ, ਜਾਂ ਅਸੀਂ ਸ਼ਬਦ ਗੁਰਗੱਦੀ ਵਰਤਨੇ ਤੇ 1604 ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਹੋ ਜਾਂਦਾ। ਇਹਦਾ ਮਤਲਬ 1604 ਤੱਕ ਸਤਿਗੁਰਾਂ ਨੇ ਆਪਣੀ ਰਸਨਾ ਤੋਂ ਜੋ ਬਚਨ ਉਚਾਰਨ ਕੀਤੇ, ਉਂਝ ਵੈਸੇ ਜਿਵੇਂ ਕਾਲੂ ਸਾਹਿਬ ਕਹਿ ਰਹੇ ਸਨ, ਮੈਂ ਖੁਸ਼ਾਮਦ ਲਈ ਨਹੀਂ, ਸੱਚ ਇਹ ਵੇ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਿਸੇ ਵੀ ਤਰ੍ਹਾਂ ਦੀ ਸੰਕੀਰਣਤਾ ਨੂੰ ਸਵੀਕਾਰ ਨਹੀਂ ਕੀਤਾ। ਕੱਟੜਤਾ ਸ਼ਬਦ ਕਈ ਵਾਰੀ ਅਸੀਂ ਵਰਤਨੇ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨੇ, ਥੋੜੀ ਜਿਹੀ ਮੈਂ ਸ਼ਬਦ ਦੀ ਵਿਚਾਰ ਤੋਂ ਪਹਿਲਾਂ ਅਸੀਂ ਸਾਰੇ ਪੁਰਬ ਮਨਾਉਂਦਿਆਂ ਕਹਿੰਦੇ ਆ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਸਨ 1469 ਨੂੰ ਹੋਇਆ। ਹਾਂਜੀ, ਪਰ ਜਿਸ ਸਤਿਗੁਰਾਂ ਨੂੰ ਆਪ ਜੀ ਮੱਥਾ ਟੇਕ ਰਹੇ ਹੋ ਨਾ, ਇਸ ਸਤਿਗੁਰਾਂ ਦੇ ਅੰਦਰ ਉਸ ਤੋਂ 300 ਸਾਲ ਪਹਿਲਾਂ, 3 ਸਾਲ ਨਹੀਂ 300 ਸਾਲ ਪਹਿਲਾਂ ਜਿਹੜੇ ਮਹਾਂਪੁਰਸ਼ ਧਰਤੀ ਤੇ ਹੋਏ, ਉਹਨਾਂ ਦੇ ਅੰਮ੍ਰਿਤ ਬਚਨ ਵੀ ਦਰਜ ਕੀਤੇ ਗਏ। ਫਿਰ ਇਸ ਨੂੰ ਧਿਆਨ ਨਾਲ ਸੁਣਿਓ। ਸਭ ਤੋਂ ਪਹਿਲੇ ਜਿਹੜੇ ਭਗਤ ਨੇ ਉਹ ਨੇ ਭਗਤ ਜੈਦੇਵ ਜੀ। ਭਗਤ ਜੈਦੇਵ ਜੀ ਦਾ ਜਨਮ ਸਨ 1170 ਦਾ ਹੈ। ਬੰਗਾਲ ਦੀ ਧਰਤੀ ਤੇ ਨੇ, ਉਹ ਬੋਲਦੇ ਵੀ ਸੰਸਕ੍ਰਿਤ ਨੇ। ਉਹਨਾਂ ਦਾ ਇੱਕ ਸ਼ਬਦ ਹੈ, ਪਰਮਾਦ ਪੁਰਖ ਮਨੋਪਮੰਗ ਸਤ ਆਦ ਭਾਵ ਰਤਨ, ਗੁਜਰੀ ਰਾਗ ਚ ਅਸੀਂ ਪਦਾ ਪੜ੍ਹਨੇ। ਉਹਨਾਂ ਤੋਂ 3 ਸਾਲ ਛੋਟੇ ਨੇ ਭਗਤ ਜੈਦੇਵ ਜੀ ਤੋਂ। ਉਹਨਾਂ ਨੂੰ ਅਸੀਂ ਪੰਜਾਬ ਦੇ ਵਸਨੀਕ ਕਹਿ ਸਕਨੇ ਆ, ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਦਿੱਤਾ ਹੈ ਸ਼ੇਖ ਫਰੀਦ। ਅਸੀਂ ਅਦਬ ਨਾਲ ਬਾਬਾ ਫਰੀਦ ਜੀ ਕਹਿੰਦੇ ਆ। ਅਸਲ 'ਚ ਉਹਨਾਂ ਦਾ ਜਿਹੜਾ ਮੁਕੰਮਲ ਨਾਮ ਸੀ ਉਹ ਸੀ ਸ਼ੇਖ ਫਰੀਦੁਦੀਨ ਮਸੂਦ ਗੰਜੇ ਸ਼ੱਕਰ। ਮੁਕੰਮਲ ਨਾਮ ਉਹਨਾਂ ਦਾ ਇਹ ਸੀ, ਸ਼ੇਖ ਫਰੀਦੁਦੀਨ ਮਸੂਦ ਗੰਜੇ ਸ਼ੱਕਰ। ਉਹ ਯਾਦ ਰੱਖੋ, ਇਸ ਦਿੱਲੀ ਦੀ ਧਰਤੀ ਤੇ ਵੀ ਰਹਿ ਕੇ ਗਏ। ਇੱਥੇ ਇੱਕ ਨਾਮ ਬੜਾ ਪ੍ਰਚਲਿਤ ਹੈ, ਹਜ਼ਰਤ ਨਿਜ਼ਾਮੁਦੀਨ ਔਲੀਆ, ਬੜਾ ਨਾਂ ਇੱਥੇ ਪ੍ਰਚਲਿਤ ਹੈ ਜੀ। ਉਹਨਾਂ ਦੇ ਮੁਰਸ਼ਿਦ ਜਿਹੜੇ ਹੋਏ ਆ ਬਾਬਾ ਫਰੀਦ ਜੀ ਦੇ, ਉਹਨਾਂ ਦਾ ਨਾਮ ਸੀ ਖਵਾਜਾ ਬਖਤਿਆਰ ਕਾਕੀ ਸਾਹਿਬ। ਖਵਾਜਾ ਬਖਤਿਆਰ ਕਾਕੀ ਜੀ ਦੇ ਮੁਰੀਦ ਸਨ ਬਾਬਾ ਫਰੀਦ ਜੀ। ਤੇ ਯਾਦ ਰੱਖਿਓ, ਇਹਨਾਂ ਦੇ ਅੱਗੇ ਜਿਹੜੇ ਗੱਦੀ ਨਸ਼ੀਨ ਸਨ ਉਹ ਹਜ਼ਰਤ ਨਿਜ਼ਾਮੁਦੀਨ ਔਲੀਆ ਸਨ। ਇਸ ਬੇਨਤੀ ਨੂੰ ਸੁਣੋ। 1170 ਚ ਭਗਤ ਜੈਦੇਵ ਜੀ ਦਾ ਜਨਮ ਹੁੰਦਾ ਹੈ। 1173 ਚ ਬਾਬਾ ਫਰੀਦ ਸਾਹਿਬ ਦਾ ਜਨਮ ਹੁੰਦਾ ਹੈ ਤੇ ਗੁਰੂ ਨਾਨਕ ਸਾਹਿਬ ਦਾ ਆਗਮਨ ਤਾਂ 1469 ਦਾ ਹੈ। ਮੈਂ ਤਾਂ ਸ਼ਬਦ ਸਿੱਧੇ ਵਰਤੇ, 300 ਸਾਲ ਮੈਂ ਵਰਤੇ, 297 ਸਾਲ ਨਹੀਂ ਮੈਂ ਕਹੇ, ਕਰੀਬ 300 ਸਾਲ ਪਹਿਲਾਂ ਜਿਹੜੇ ਮਹਾਂਪੁਰਸ਼ ਹੋਏ ਨੇ। ਅੱਜ ਯਾਦ ਰੱਖਿਓ, ਬਹੁ ਗਿਣਤੀ ਘੱਟ ਗਿਣਤੀ ਨੂੰ ਨਿਗਲਣਾ ਚਾਹੁੰਦੀ ਹੈ, ਇਹ ਹਰ ਥਾਂ ਦੀ ਸਮੱਸਿਆ ਹੈ। ਪਰ ਗੁਰੂ ਸਾਹਿਬ ਤੋਂ ਕੁਰਬਾਨ ਜਾਓ, ਆਪਣੇ ਤੋਂ 300 ਸਾਲ ਪਹਿਲਾਂ ਜਿਹੜੇ ਮਹਾਂਪੁਰਖ ਹੋਏ ਉਹਨਾਂ ਦੇ ਥਾਵਾਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰ ਦਿੱਤੀ। ਭਗਤ ਜੈਦੇਵ ਸੰਸਕ੍ਰਿਤ ਬੋਲਦੇ ਆ, ਬਾਬਾ ਫਰੀਦ ਸਾਹਿਬ ਲਹਿੰਦੀ ਪੰਜਾਬੀ ਬੋਲਦੇ ਆ। ਗੁਰੂ ਜੀ ਨੇ ਕਿਹਾ, ਕਾਹਦਾ ਝਗੜਾ, ਕੋਈ ਸੰਸਕ੍ਰਿਤ ਬੋਲੇ ਤੇ ਭਾਵੇਂ ਪੰਜਾਬੀ ਬੋਲੇ, ਇਸ ਬਰਤਨ ਵਿੱਚੋਂ ਪਰੋਸ ਕੇ ਕੀ ਦੇ ਰਿਹਾ, ਕਿਉਂਕਿ ਲਫ਼ਜ਼ ਤਾਂ ਇੱਕ ਭਾਂਡਾ ਨੇ ਜੀ, ਇਸ ਭਾਂਡੇ ਵਿੱਚ ਅਸੀਂ ਪਾਣਾ ਕੀ ਹੈ। यही पंजाबी दे मैं कल आज सवेरे क्या गुरमुखी दे 35 अखर ने
इन्हां 35 अखरां विच हज़ारां शब्द ने गुरु ग्रंथ साहिब च, ते इन्हां 35 अखरां विच कोई गालां कढ देवे, अखर तां ओही ने ना, असीं तसीर की पा रहे हैं। मेरे कहण तो मुराद एक बंगाल च ने, दूजे पंजाब दी धरती ते ने। दास तां कई वारी कहंदा है हिंदुस्तान नूं जे सेतु बना के जोड़न वाला कोई है, वो केवल धन गुरु ग्रंथ साहिब दी बाणी है, जिहदे च भाषा दा कोई प्रॉब्लम नहीं। मैं क्योंकि भाई साहब जो बोल रहे सन मेरे मन च उदों ही आ गया। हुण देखो इत्थे मुगल आया है, पहला लोधी सन, ते इस मुल्क दी तरासदी सी, इहदे ऐशो आराम ते आपसी फुटने नूं गुलाम बना दिता। मुगल आए, उन्हां क्या साडी बोली फारसी चलदी रही। मैं अर्ज करांगा सच्ची मुच्ची लोग इन्ने कु गुलाम हो गए जिहड़ी अपनी मां बोली से उन्होंने भी छड्ड गए, अपनी जिहड़ी मां बोली से वो नहीं बोल रहे सन। ते मैं अर्ज करां गुरु नानक साहब हालां किसे भाषा नाल हेट नहीं करदे। असीं जदों गुरु ग्रंथ साहब दा पाठ करने आ ना जी, सब तो पहला परशियन ते अरबिक शब्द पहली पौड़ी च आ जांदे आ। जदों तुसीं पाठ करदे हो हुक्म रजाई चलना, हुक्म ते रजा दोनों शब्द अरबी दे आ जी, परशियन फारसी ते अरबी है। गुरु साहब नूं किसे शब्द नाल खेट नहीं। पर इह गल नूं ध्यान नाल सुणिओ कि जदों कोई धक्के नाल अपनी शक्ति नाल, अपने राज नाल, अपनी बल नाल ਇਹ ਲੋਕਾਂ ਨੂੰ ਕਹੇ ਤੁਸੀਂ ਉਹ ਬੋਲੋ ਜਿਹੜੇ ਅਸੀਂ ਬੋਲਨੇ ਆ, ਗੁਰੂ ਸਾਹਿਬ ਕਹਿੰਦੇ ਨੇ ਵੇਖੋ ਲੋਕ ਪੈਰ ਛੱਡ ਜਾਂਦੇ ਆ, ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਾਰੀ। ਉਸ ਵਕਤ ਸ਼ਬਦ ਬੋਲਨੇ ਸ਼ੁਰੂ ਕਰ ਦਿੱਤੇ। ਜਿਵੇਂ ਅੱਜ ਅਸੀਂ ਸ਼ਬਦ ਪਤੀ ਵਰਤਿਆ ਜਾਂਦਾ, ਪਿਤਾ ਜੀ ਵਰਤਿਆ ਜਾਂਦਾ, ਪਿਤਾ ਦੀ ਥਾਂ ਤੇ ਮੀਆਂ ਆ ਗਿਆ। ਮਹਾਰਾਜ ਕਹਿਣ ਲੱਗੇ ਖੱਤਰੀਆਂ ਤਾਂ ਧਰਮ ਛੋੜਿਆ, ਮਲੇਸ਼ ਭਾਖਿਆ ਗਈ। ਮੇਰੀ ਅਰਜ਼ ਹੈ कि गुरु ग्रंथ साहिब विच भाषा दे अदा 15 भाषावां दी वरतों है। कोई सज्जन 13 कहंदे 15 भाषावां ने गुरु ग्रंथ साहिब च, इत्थे भाषा दी कोई मुश्किल नहीं। एक होर अर्ज मैं करां, गुरु ग्रंथ साहिब विच जात दे आधार ते किसे नूं नीवां नहीं किया गया, कर्मां दे आधार ते उच्चा ते नीवां किया गया। इस बेनती नूं फिर सुणिओ, क्योंकि भारत दी तरासदी सी, उदों भी जात दे आधार ते सी। ते गुरु ग्रंथ साहिब विच 3 महापुरखां दे बचन ने जिन्हां नूं सच्ची मुच्ची इहदे नाल पीड़ित होना पिया, क्योंकि वो रूहानियत दे तौर ते ब्रह्म ज्ञानी ने, पर समाज दी वंड उन्हां नूं शोधर कहंदी। 3 एक एक तुक असीं लैंदे हां। एक तां भगत कबीर साहिब जी दा बचन है, उन्हां ने अपनी जबान तो कहा कि लोको तुसीं मैनूं जुलाहा कहंदे हो, मेरा मजाक उड़ांदे हो, पर कहंदे मैं तां वैगुरू तो कुर्बान जाना, घट्टो घट स्वर्ण जाति च पैदा नहीं होया, इस हंकार तो बच गया, मैं नीवियां च पैदा होके सुरत उच्ची करके उच्चे तक पहुंच गया। वो बचन है कबीर मेरी जात को, सलोक है उन्हां दा, कबीर मेरी जात को सबको हसना खार, अगे कहने बले खारी इस जात को जै जपियो सिरजन खार। पर जदों उन्हां नूं जात दे आधार ते अपमानित करन दी यतन कीता, उदों उन्हां दा एक शब्द है गुरु ग्रंथ साहिब च, गर्भवास में कुल नहीं जाती, ब्रह्म बिंद ते सब उत्पाती, कहो रे पंडित कब के बामन होए, बामन कह के जन्म मत खोए, जो तो ब्राह्मण ब्राह्मणी जाया तो आन बाट, काहे नहीं आया तुम कत ब्राह्मण हम कत सूत, हम कत लोहू तुम का दूत। उन्होंने ब्राह्मण की डेफिनेशन दी, कहो कबीर जो ब्रह्म विचार है सो ब्राह्मण कईयत है हमारे। मेरी एक बेनती सुनो गुरमुखो, इहदा मतलब जात दे आधार ते पीड़ित किया जा रहा, शब्द कह देने तो आन बाट काहे नहीं आया, कि ना कुछ सताया होवेगा समाज ने। दूसरा शब्द कला शब्द नहीं, सानू पता है जदों आपां हजूर साहब जाने आ ते अक्सर यादा संगत औंडा नाथ जांदी। औंडा नाथ आपनू पता है जिथे भगत नामदेव जी दा दियोरा घुमिया। हुण ओ शब्द, ये शब्द कहने कि वैगुरू ये पंडिया मोको ढेड कहता तेरी पैज पछौंडी होएला, ये मैनू नीवा कह रहा है। ये शब्द कहने छिपे के जन्म काहे को आया। वेखो ये महापुरुख समदृष्टि वाले ब्रह्म ज्ञानी अभेद ने, जेड़े ये शब्द कहंदे ने सबै कट राम बोलै रामा बोलै राम बिना
ਕੋ ਬੋਲੇ ਰਹੇ, ਜਦੋਂ ਉਹਨਾਂ ਨੂੰ ਮੰਦਰ ਵਿੱਚੋਂ ਇਸ ਕਰਕੇ ਬਾਹਰ ਕੱਢਿਆ ਗਿਆ ਕਿਉਂਕਿ ਆਪ ਸ਼ੂਦਰ ਹੋ, ਉਹਨਾਂ ਨੂੰ ਇਹ ਕਹਿਣਾ ਪਿਆ ਛੇਪੇ ਕਿ ਜਨਮ ਕਾਹੇ ਕੋ ਆਇਆ। ਤੀਸਰੀ ਮੈਂ ਬੇਨਤੀ ਕਰਾਂਗਾ, ਇੱਕ ਸ਼ਬਦ ਹੋਰ, ਭਗਤ ਰਵਿਦਾਸ ਜੀ ਮਹਾਰਾਜ। ਮੈਂ ਵੈਸੇ ਯਤਨ ਕਰਨਾ ਹੁੰਨਾ ਕਿ ਗੁਰਮਖੋ ਇਤਿਹਾਸ ਮੈਂ ਸੁਣਾਵਾਂਗਾ, ਕੋਈ ਨਾ ਕੋਈ ਘਟਨਾ ਜ਼ਰੂਰ ਸਾਂਝੀ ਕਰਾਂਗਾ। ਅਸੀਂ ਇਮੋਸ਼ਨਲ ਹੋ ਜਾਂਦੇ ਹਾਂ, ਹੋਣਾ ਵੀ ਚਾਹੀਦਾ। ਭਾਵਕਤਾ ਤੋਂ ਬਿਨਾ ਅੰਦਰ ਨਾਮ ਦਾ ਬੀਜ ਨਹੀਂ ਪੁੰਗਰਦਾ ਹੁੰਦਾ। ਸੱਚੇ ਪੱਥਰ ਹਿਰਦੇ ਤੇ ਨਹੀਂ, ਪਰ ਯਾਦ ਰੱਖਿਓ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੀ ਉਹ ਸੱਚ ਹੈ ਜਿਨੇ ਸਾਡੇ ਮਨ ਨੂੰ ਰੱਬ ਦੇ ਘਰ ਤੱਕ ਲੈ ਕੇ ਜਾਣਾ ਹੈ, ਜਿਨੇ ਸਾਡੀ ਸੁਰਤ ਨੂੰ ਉੱਥੋਂ ਤੱਕ ਲਿਜਾਣਾ ਹੈ। ਭਗਤ ਰਵਿਦਾਸ ਸਾਹਿਬ ਜੀ ਮਹਾਰਾਜ, ਉਹਨਾਂ ਦਾ ਇੱਕ ਅੰਮ੍ਰਿਤ ਬਚਨ ਹੈ। ਮੈਂ ਸਿਰਫ ਇਹ ਬੇਨਤੀ ਕਰ ਲੱਗਾ, ਜਾਤ ਦੇ ਆਧਾਰ ਤੇ, ਬੋਲੀ ਦੇ ਆਧਾਰ ਤੇ, ਭਾਸ਼ਾ ਦੇ ਆਧਾਰ ਤੇ ਯਾਦ ਰੱਖਿਓ, ਕੱਲਾ ਭਾਰਤ ਨਹੀਂ, ਮੈਂ ਕੌਮੇ ਚ ਨਹੀਂ ਕਹਿੰਦਾ, ਜਿਸ ਦਿਨ ਗਲੋਬਲ ਪੱਧਰ ਤੇ ਕੋਈ ਗੱਲ ਚੱਲੇਗੀ ਕਿ ਉਹ ਧਰਮ, ਉਹ ਗ੍ਰੰਥ ਜਿਹੜਾ ਪੂਰੀ ਮਾਨਵਤਾ ਨੂੰ ਆਪਣੇ ਸਮੇਟ ਲਏ, ਸੰਕੀਰਨਤਾ ਨਾ ਹੋਵੇ, ਯਾਦ ਰੱਖਿਓ ਉੱਥੇ ਕੇਵਲ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੀ ਟਿਕੇਗਾ। ਇਸ ਨੂੰ ਥੋੜਾ ਜਿਹਾ ਹੋਰ, ਰਵਿੰਦਰਨਾਥ ਟੈਗੋਰ ਗੀਤਾਂਜਲੀ ਲਿਖੀ, ਆਪ ਸਭ ਨੂੰ ਪਤਾ ਹੈ, ਨੋਬਲ ਪ੍ਰਾਈਜ਼ ਮਿਲਿਆ ਉਹਨਾਂ ਨੂੰ। ਜਦੋਂ ਅਮਰੀਕਾ ਗਏ, ਉਹਨਾਂ ਨੂੰ ਇਹੀ ਗੱਲ ਪੁੱਛੀ ਗਈ ਸੀ ਕਿ ਕੋਈ ਐਸੀ ਰਚਨਾ ਕਰੋ ਜਿਸ ਨਾਲ ਨਾ ਜਾਤ, ਨਾ ਨਸਲ, ਨਾ ਬੋਲੀ, ਸਿਰਫ ਇੱਕ ਜੋਤ ਦੀ ਤੇ ਦਾਤੇ ਦੀ ਗੱਲ ਹੋਵੇ। ਉੱਥੇ ਟੈਗੋਰ ਸਾਹਿਬ ਜੀ ਨੇ ਕਿਹਾ, ਰਚਨਾ ਕਰਨ ਦੀ ਲੋੜ ਨਹੀਂ, ਰਚਨਾ ਪ੍ਰਚਾਰਨ ਦੀ ਲੋੜ ਹੈ। ਕਿਹੜੀ? ਉਹਨਾਂ ਨੇ ਫਿਰ ਆ ਸ਼ਬਦ ਪੜਿਆ ਸੀ, ਗगन में थाल रव चंद दीपक बने, तारका मंडल जनक मोती, धूप मल आन लो पवन चवरो करे, सगल बन राए फूलंत ज्योति। मेरे कहन तो मुराद मैं ये नहीं कि आप सिखा गुरमुखो, मैं तां ही कहा कि गुरु नानक साहब 1469 ਨੂੰ आगमन हो रहा है ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਵੀ ਤਾਂ ਉਹਨਾਂ ਦੇ ਬਚਨ ਨੇ ਜਿਹੜੇ ਉਦੋਂ ਤੋਂ 300 ਸਾਲ ਪਹਿਲਾਂ ਹੋਏ। ਭਗਤ ਰਵਿਦਾਸ ਸਾਹਿਬ ਜੀ ਦਾ ਇੱਕ ਸ਼ਬਦ ਹੈ, ਉਹ ਸ਼ਬਦ ਵੈਸੇ 40 ਨੇ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਚ। ਇੱਕ ਸ਼ਬਦ ਹੈ, ਨਾਗਰ ਜਨਾ ਮੇਰੀ ਜਾਤ ਵਿਖਿਆਤ ਚਮਾਰਨ। ਇਹ ਸ਼ਬਦ ਕਹਿਣੇ, ਉਹ ਨਗਰ ਦੇ ਲੋਗੋ, ਤੁਸੀਂ ਮੇਰੀ ਜਾਤ ਨੂੰ ਦੇਖ ਕੇ ਮਜ਼ਾਕ ਉਡਾਉਂਦੇ ਹੋ। ਕਹਿੰਦੇ ਮੈਂ ਚੁਰਸਤੇ ਚ ਖਲੋ ਕਹਿ ਰਿਹਾ, ਨਾਗਰ ਜਨਾ ਮੇਰੀ ਜਾਤ ਬਖਿਆਤ ਚਮਾਰੰਗ, ਹਿਰਦੈ ਰਾਮ ਗੋਬਿੰਦ ਗੁਣ ਸਾਰੰਗ। ਪਰ ਮੇਰੇ ਚਮੜੇ ਨੂੰ ਤੁਸੀਂ ਕੰਨ ਲਾ ਕੇ ਸੁਣੋ, ਮੇਰੇ ਚਮੜੇ ਵਿੱਚੋਂ ਪ੍ਰਭੂ ਰਾਮ ਤੋਂ ਬਿਨਾ ਦੂਜੀ ਆਵਾਜ਼ ਹੀ ਕੋਈ ਨਹੀਂ ਆ ਰਹੀ। ਮੈਂ ਸਿਰਫ ਇੱਕ ਬੇਨਤੀ ਕੀਤੀ ਹੈ, ਬੜਾ ਵਿਸ਼ਾਲ ਵਿਸ਼ਾ ਹੈ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਪੱਖ ਨੂੰ ਜੇ ਲਵਾਂਗੇ ਤਾਂ। ਦੂਸਰੀ ਗੱਲ ਕਿ ਅਸੀਂ ਜਦੋਂ ਪਾਠ ਕਰਨੇ, ਮੈਂ ਪਿਛਲੇ ਦਿਨੀ ਇੱਕ ਜਗ੍ਹਾ ਕਥਾ ਕਰਨ ਗਿਆ ਜੀ, ਉਹ ਦਿਨ ਪ੍ਰੋਗਰਾਮ ਵੀ ਗੁਰਮੁਖ ਪਿਆਰਿਆਂ ਭਗਤ ਰਵਿਦਾਸ ਸਾਹਿਬ ਜੀ ਦੇ ਮਹਾਰਾਜ ਜੀ ਦੀ ਯਾਦ ਸੀ ਤੇ ਪਰਮੇਸ਼ਵਰ ਦੀ ਖੇਡ। ਉਹ ਦਿਨ ਹੁਕਮਨਾਮਾ ਆਇਆ ਸੀ, ਤਨਾਸਰੀ ਭਗਤ ਰਵਿਦਾਸ ਜੀ ਕੀ ਜਿਉ ਕੀ, ਹਮ ਸਰ ਦੀਨ दयाल ना तुम सर अब पतियार क्या कीजिए। ते मैं बेनती की अज अमृत वेले हुक्मनामा आया ते इस हुक्मनामे नूं करोड़ा गुरु नानक नाम लेवा सिखा ने सुनिया। किसी ने ये थोड़ा कहा जी ये फलाने जेड़े चम दा काम करते सन उन्हां दा, इक्को गल कही नहीं भाई, एक हुक्मनामा धन गुरु ग्रंथ साहिब दी बाणी विचों आया। मैं इस करके क्या भी गुरु ग्रंथ साहिब दी बाणी च हर एक नूं अपने नेड़े लाया गया। असी गुरु तेग बहादुर साहब महाराज जी नूं याद कर रहे हैं। थोड़ा जिहा आप जी ध्यान दे आज एक शब्द मैं लैना है ते मैं यतन कर रहा सतगुरु जेड़े शब्द की व्याख्या करा मैं जुबानी कंठ करके दिल्ली तो कुछ लैके जाना है, कलिया पेटावा नहीं। वाहिगुरु जी सच्ची है कि जिदे कोल जे गुरमुखो बाणी कंठ ते पैसा गंठ, जिथे मर्जी चले जाओ ते सब कुछ मिल जाना है। जिदे कोल पैसा है ना उन्होंने कमरा भी मिल जाना है, उन्होंने बिस्तरा भी मिल जाना है, उन्होंने रोटी भी मिल जानी है। पैसा गंठ होवे ते गुरु की बाणी कंठ होवे। पैसा गंठ सिर्फ लोक दे काम हुंदा है ते गुरबाणी कंठ होवे मरण तो बाद भी साथ देंदी है। असी एक शब्द अज लिया है, शब्द बड़ा सरल क्योंकि महाराज सारा ब्रज भाषा आ तुहाडे मथुरा दे नेड़े जिहड़ा कुछ बोलिया जांदा है ना
ਉਹੀ ਗੁਰੂ ਤੇਗ ਬਹਾਦਰ ਸਾਹਿਬ ਬੋਲ ਰਹੇ। ਫਾਰਸੀ ਦੇ ਸ਼ਬਦ ਬੜੇ ਘੱਟ ਨੇ ਜੀ ਗੁਰੂ ਤੇਗ ਬਹਾਦਰ। ਹਾਂ, ਹਾਲਾਂਕਿ ਆਪਣਾ ਨਾਮ ਮਹਾਰਾਜ ਦਾ ਪਰਸ਼ੀਅਨ ਵਿੱਚੋਂ ਹੈ। 10 ਪਾਤਸ਼ਾਹਾਂ ਵਿੱਚੋਂ ਸਿਰਫ ਇੱਕ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਦਾ ਨਾਮ ਫਾਰਸੀ ਚੋਂ ਹੈ। ਤੇਗ ਸ਼ਬਦ ਵੀ ਫਾਰਸੀ ਦਾ ਹੈ ਤੇ ਬਹਾਦਰ ਸ਼ਬਦ ਵੀ ਫਾਰਸੀ ਦਾ। ਉਸ ਤੋਂ ਬਾਅਦ ਮੈਂ ਬੇਨਤੀ ਕਰਾਂ, ਇੱਕ ਸ਼ਬਦ ਕਹੇ ਸੋਰਠ ਰਾਗ ਦਾ। ਅੱਜ ਕੱਲ ਮੈਂ ਰਾਤ ਕੀਤਾ ਸੀ ਆਪਣਾ ਜੀਕੇ ਜਿਹੜਾ ਗੁਰਦੁਆਰਾ ਹੈ ਪਹਾੜੀ ਵਾਲਾ, ਉੱਥੇ ਸੀ ਪ੍ਰੀਤਮ ਜਾਨ ਲਿਖੋ ਮਨ ਮਾਹੀ, ਆਪਣੇ ਸੁਖ ਸੋ ਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ। ਉਸ ਤੋਂ ਪਹਿਲਾਂ ਇੱਕ ਦਿਨ ਮੈਂ ਸ਼ਬਦ ਚੇਤੇ ਕੀਤਾ ਸੀ, ਜਗਤ ਮੈਂ ਝੂਠੀ ਦੇਖੀ ਪ੍ਰੀਤ। ਉਸ ਤੋਂ ਪਹਿਲਾਂ ਇੱਕ ਬਚਨ ਕੀਤਾ ਸੀ, ਰੇ ਮਨ ਰਾਮ ਸਿਉ ਕਰ ਪ੍ਰੀਤ। ਅੱਜ ਮੈਂ ਆਪ ਨਾਲ ਇੱਕ ਸ਼ਬਦ ਸਾਂਝਾ ਕਰ ਲੱਗਾ, ਜਿਹੜੇ ਸ਼ਬਦ ਦੀਆਂ ਸਾਰੀਆਂ ਉਦਾਹਰਨਾਂ ਪੁਰਾਣ ਵਿੱਚੋਂ ਨੇ, ਭਗਵਤ ਪੁਰਾਣ ਵਿੱਚੋਂ। ਉਹ ਸ਼ਬਦ ਹੈ, ਮਨ ਰੇ ਪ੍ਰਭ ਕੀ ਸਰਨ ਵਿਚਾਰੋ। ਅੱਜ ਦੀ ਸ਼ਬਦਾਵਲੀ ਸ਼ਰਨ ਕਹਿ ਲਾਂਗੇ। ਇਹ ਗੱਲ ਹੋਰ, ਅਸੀਂ ਸਾਰੇ ਕਹਿੰਦੇ ਨਾ ਮਨ ਨਹੀਂ ਟਿਕਦਾ, ਮਨ ਬੜਾ ਭਟਕਦਾ ਹੈ। ਗੁਰਮੁਖੋ, ਜਿੰਨਾ ਮਨ ਨੂੰ ਸੰਬੋਧਨ ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤਾ ਹੈ ਨਾ, ਸੱਚੀ ਇਹਨਾਂ ਕਿਸੇ ਹੋਰ ਬਾਣੀ ਚ ਮਨ ਨੂੰ ਮੁਖਾਤਬ ਨਹੀਂ ਕੀਤਾ ਗਿਆ। ਫਿਰ ਬੇਨਤੀ ਸੁਣਿਓ, ਆਪਣੇ ਆਪ ਨੂੰ ਸੰਬੋਧਨ ਕਰਦੇ ਆ ਜਿਵੇਂ ਹੁਣ ਭਾਈ ਸਾਹਿਬ ਪੜ੍ਹ ਵੀ ਰਹੇ ਸਨ। ਮਹਾਰਾਜ ਨੇ ਇੰਨੇ ਸ਼ਬਦ ਵਰਤੇ। ਸ਼ੁਰੂਆਤ ਜਦੋਂ ਅਸੀਂ ਪਾਠ ਕਰਨੇ ਆ, ਮਹਾਰਾਜ ਕਹਿੰਦੇ ਮਨ ਕੀ ਮਾਹੇ ਰਹੀ, ਮਨ ਰੇ ਕੌਣ ਕਮਾਤਾ ਲੀਨੀ, ਮਨ ਰੇ ਕਹਾਂ ਭਇਓ ਤੈ ਬੌਰਾ। ਦੇਖੋ ਕਿੰਨੇ ਸ਼ਬਦ ਵਰਤੇ ਨੇ। ਹਜ਼ੂਰ ਨੇ ਮਨ ਨੂੰ ਸੰਬੋਧਨ ਕੀਤਾ। ਇੱਥੇ ਸਤਿਗੁਰੂ ਕਹਿ ਰਹੇ ਨੇ ਮਨ ਰੇ, ਸੰਬੋਧਨ ਕਰ ਰਹੇ ਨੇ, ਉਹ ਮੇਰੇ ਮਨ। ਇਹਨੂੰ ਅਰਥ ਕਰੀਏ ਪੰਜਾਬੀ ਸਿੱਧੇ, ਪ੍ਰਭ ਕੀ ਸ਼ਰਨ ਵਿਚਾਰੋ। ਐ ਮੇਰੇ ਮਨ, ਤੂੰ ਪਾਰ ਬ੍ਰਹਮ ਪਰਮੇਸ਼ਵਰ ਦੀ ਸ਼ਰਨ ਦੀ ਵਿਚਾਰ ਕਰ। ਇਹਦਾ ਮਤਲਬ ਉਹਨਾਂ ਦੀ ਸ਼ਰਨ ਵਿੱਚ, ਉਹਨਾਂ ਦੇ ਸ਼ਰਨਾਗਤ ਚ ਗਿਆ ਤੇ ਕੀ ਕੁਝ ਹੁੰਦਾ ਹੈ। ਉਸ ਵਿੱਚ ਮਹਾਰਾਜ ਨੇ ਪਹਿਲਾ ਬਚਨ ਕਿਹਾ। ਇਹ ਗੱਲ ਹੋਰ, ਜਦੋਂ ਆਪਾਂ ਸ਼ਬਦ ਪੜਾਂਗੇ ਨਾ ਜੀ, ਹਾਲਾਂਕਿ ਪੁਰਾਣ ਵਿੱਚ ਘਟਨਾਵਾਂ ਜੁਗਾਂ ਪਹਿਲੀਆਂ ਨੇ, ਮੈਂ ਜੁਗਾਂ ਸ਼ਬਦ ਵਰਤ ਲਾਂ, ਕਿੰਨੀਆਂ ਪੁਰਾਣੀਆਂ ਨੇ। ਗੁਰੂ ਤੇਗ ਬਹਾਦਰ ਸਾਹਿਬ ਨੂੰ ਵਰਤਰੇ ਨੂੰ ਨਫ਼ਰਤ ਨਾ ਲਿਆ ਜੇ। ਗੁਰੂ ਗ੍ਰੰਥ ਸਾਹਿਬ ਦੇ ਬਹੁਤ ਹੁਣ ਅੱਜ ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟਨ ਮਾਰਿਆ ਪ੍ਰਹਿਲਾਦ ਤਰਾਏ, ਵੀ ਤਾਂ ਪੁਰਾਣ ਹੈ। ਸਤਿਗੁਰਾਂ ਨੇ ਕਿਸ ਢੰਗ ਨਾਲ ਲਿਆ। ਹੁਣ ਇਸ ਸ਼ਬਦ ਨੂੰ ਲੈ ਕੇ ਆਪਾਂ ਕਹਿ ਦਈਏ ਪੁਰਾਣ ਦੀ ਵਿਆਖਿਆ। ਹੁਣ ਇਹ ਸ਼ਬਦ ਨੂੰ ਦੇਖਿਓ, ਘਟਨਾ ਪੁਰਾਣ ਦੀ ਹੈ, ਬੜੀ ਪੁਰਾਣੀ, ਪਰ ਉਹਦੇ ਅਰਥ ਗੁਰੂ ਜੀ ਵਰਤਮਾਨ ਵਿੱਚ ਕਰਦੇ ਆ, ਪ੍ਰੈਜੈਂਟ ਚ ਕਰ ਰਹੇ ਆ। ਉਹ ਸ਼ਬਦ ਹੈ ਮਨ ਰੇ ਮੇਰੇ ਮਨ, ਪ੍ਰਭ ਕੀ ਸਰਨ ਵਿਚਾਰੋ। ਕੀ ਮਹਾਰਾਜ ਕਹਿਣ ਲੱਗੇ, ਜੇ ਸਿਮਰਤ ਗਨਕਾ ਸੀ ਉਧਰੀ। ਹੁਣ ਇਹ ਤਾਂ ਪਾਸਟ ਹੈ ਨਾ, ਉਧਰੀ ਉਹਦਾ ਉਧਾਰ ਹੋ ਗਿਆ। ਹੁਣ ਸਤਿਗੁਰੂ ਅੱਗੇ ਕਹਿੰਦੇ ਤੂੰ ਸਾਰੀ ਜ਼ਿੰਦਗੀ, ਕਿਉਂਕਿ ਇਹ ਕਥਾਵਾਂ ਅਕਸਰ ਹੁੰਦੀਆਂ ਸਨ, ਅੱਜ ਵੀ ਹੁੰਦੀਆਂ ਨੇ, ਕਹਿੰਦੇ ਸਾਰੀ ਜ਼ਿੰਦਗੀ ਤੂੰ ਗਨਕਾ ਦੀ ਕਹਾਣੀ, ਗਨਕਾ ਦੀ ਕਥਾ, ਪਾਪਣ ਤਰ ਗਈ, ਪਾਪਣ ਦਾ ਪਾਪ ਕੱਟੇ ਗਏ, ਸਾਰੀ ਜ਼ਿੰਦਗੀ ਸਿਰਫ ਗਨਕਾ ਨੂੰ ਮਤ ਸੁਣਾ। ਜੇ ਸੁਣਾਣਾ ਹੈ ਜੋ ਉਹਨੇ ਕਮਾਇਆ ਉਹਨੂੰ ਕਮਾ, ਜੇ ਉਹਦਾ ਪਾਰ ਉਤਾਰਾ ਹੋ ਸਕਦਾ, ਤੇਰੇ ਪਾਪ ਕਿਉਂ ਨਹੀਂ ਕੱਟੇ ਜਾਣਗੇ। ਯਾਦ ਰੱਖੇ, ਸ਼ਬਦ ਨੂੰ ਧਿਆਨ ਨਾਲ ਸੁਣਿਓ। ਇਹ ਪਾਸਟ ਤੇ ਪ੍ਰੈਜੈਂਟ ਦੀ ਗੱਲ ਕਰਦਾ। ਇਹ ਸ਼ਬਦ ਸਤਿਗੁਰਾਂ ਦੇ ਜਿਹੜੇ ਬਚਨ ਨੇ, ਇੱਕ ਤਾਂ ਬੀਤਿਆ ਹੋਇਆ ਜੋ ਹੋ ਗਿਆ, ਤੇ ਉਸ ਤੋਂ ਬਾਅਦ ਕਹਿੰਦੇ ਜੋ ਹੋ ਗਿਆ ਇਹ ਤੈਨੂੰ ਕੀ ਸੇਧ ਦੇ ਸਕਦਾ। ਇਹ ਕਾਰਨ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਹੋਏ ਇਤਿਹਾਸਕ ਸ਼ਬਦ ਵੀ ਸਮਾਂ ਬੀਤਣ ਤੋਂ ਬਾਅਦ ਵੀ ਕਦੀ ਅਰਥ ਉਹਨਾਂ ਦੇ ਗਵਾਚਦੇ ਨਹੀਂ। ਇਸ ਨੂੰ ਫਿਰ ਧਿਆਨ ਨਾਲ ਸੁਣਿਓ, ਮੈਂ ਰਿਪੀਟ ਕਰ ਲੱਗਾ। ਹੁਣ ਸ਼ਬਦ ਹੈ, ਇਹਦੇ ਚੋਂ ਨਿਕਲ ਕੇ ਥੋੜਾ ਫਿਰ ਆਵਾਂਗਾ। ਮਹਾਰਾਜ ਕਹਿੰਦੇ ਨੇ ਸੁਲਹੀ ਤੇ ਨਾਰਾਇਣ ਰਾਖ, ਇਤਿਹਾਸਕ ਸ਼ਬਦ ਹੈ ਨਾ, ਸੁਲੀ ਚੜ ਕੇ ਆਇਆ, ਪਰ ਅਰਥ ਅੱਜ ਵੀ ਪੂਰੇ ਰੱਖ ਰਿਹਾ ਹੈ ਕਿ ਜਦੋਂ ਵਾਹਿਗੁਰੂ ਦੇ ਸਾਹਮਣੇ ਅਰਦਾਸ ਕਰੀਏ, ਮਾਰਨ ਵਾਲਾ ਖੱਪ ਜਾਂਦਾ, ਰੱਖਣ ਵਾਲਾ ਤੱਤੀ ਵਾਹ ਨਹੀਂ ਲੱਗਣ ਦਿੰਦਾ। ਫਿਰ ਬੇਨਤੀ ਹੈ, ਹੁਣ ਅਸੀਂ ਸ਼ਬਦ ਇੱਕ ਗੁਰੂ ਗ੍ਰੰਥ ਸਾਹਿਬ 'ਚ ਪੜ੍ਹਦੇ ਹਾਂ, ਸੁਲਤਾਨ ਪੁੱਛੇ ਸੁਣ ਬੇਨਾਮਾ, ਦੇਖੋ ਰਾਮ ਤੁਮਾਰੇ ਕਾਮਾ। ਇਤਿਹਾਸਕ ਸ਼ਬਦ ਹੈ, ਪਰ ਉਹ ਅਰਥ ਰੱਖ ਰਿਹਾ ਹੈ ਕਿ ਮਹਾਂਪੁਰਖ ਕਮਾਈ ਵਾਲਾ ਆਪਣੀ ਉੱਤੇ ਤਸੀਹੇ ਝੱਲ ਲੈਂਦਾ ਹੈ, ਪਰ ਬਾਦਸ਼ਾਹ ਦੀ ਤਾਕਤ ਸਾਹਮਣੇ ਕਦੀ ਆਪਣੀ ਜ਼ਬਾਨ ਵਿੱਚੋਂ ਖੁਦਾ ਸ਼ਬਦ ਨਹੀਂ ਬੋਲਦਾ, ਗੁਲਾਮੀ ਨਹੀਂ ਸਵੀਕਾਰ ਕਰਦਾ। ਅਰਥ ਰੱਖ ਰਿਹਾ ਨਾ, ਜਿਨ ਸਿਰ ਸੋਨ ਪੱਟੀਆਂ ਇਤਿਹਾਸ ਹੈ,
ਉਹ ਵੀ ਤਾਂ ਅਰਥ ਰੱਖ ਰਿਹਾ, ਅੱਗੋਂ ਦੇ ਜੇ ਚੇਤੀ ਹੈ ਤਾਂ ਕਾਇਤ ਮਿਲੇ ਸਜਾਏ। ਮੇਰੇ ਕਹਿਣ ਤੋਂ ਮੁਰਾਦ ਜਿਹੜੇ ਇਤਿਹਾਸਿਕ ਤੱਥਾਂ ਨੂੰ ਉਜਾਗਰ ਕਰਦੇ ਸ਼ਬਦ ਨੇ, ਉਹਨਾਂ ਵਿੱਚ ਵੀ ਰੂਹਾਨੀਅਤ ਹੈ। ਇੱਥੋਂ ਸਤਿਗੁਰੂ ਕਹਿ ਰਹੇ ਨੇ, ਮਨ ਰੇ ਪ੍ਰਭ ਕੀ ਸਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਦਾ ਅਰਥ ਵਰਗੀ। ਵਰਗੀ ਦਾ ਅਰਥ ਆਪਾਂ ਕਈ ਵਾਰ ਵਰਤਦੇ ਵੀ ਜਿਹੜਾ ਕੋਈ ਇਲਾਜ ਨਾ ਹੋਵੇ। ਜਿਸ ਦੇ ਸਿਮਰਨ ਕੀਤਿਆਂ ਗਨਕਾ ਵਰਗੀ ਦਾ ਉਧਾਰ ਹੋ ਗਿਆ, ਤੇ ਤੂੰ ਇੱਕ ਕੰਮ ਕਿਉਂ ਨਹੀਂ ਕਰਦਾ? ਤਾਂ ਕੋ ਕਿਦਾ? ਜਿਹਨੂੰ ਗਨਕਾ ਨੇ ਸਿਮਰਿਆ, ਉਸ ਪ੍ਰਮਾਤਮਾ ਨੂੰ। ਮਨ ਰੇ ਪ੍ਰਭ ਕੀ ਸਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਦਰੀ, ਤਾ ਕੋ ਜਸ ਉਰਤਾਰੋ। ਤਾਂ ਕੋ ਇੱਥੇ ਪਾਠ ਜੇ ਤਾਂ ਕਰਾਂਗੇ ਤੇ ਅਰਥ ਗਲਤ ਹੋ ਜਾਣੇ ਜੇ। ਤੇ ਗੁਰੂ ਸਾਹਿਬ ਦੀ ਬਾਣੀ ਬਿੰਦੀ ਦਾ ਬਹੁਤ ਤਾਂ ਦਾ ਅਰਥ ਹੋ ਰਿਹਾ, ਤਾਂ ਦਾ ਅਰਥ ਤਿਸ। ਫਰਕ ਹੈ ਨਾ ਜੀ। ਇੱਕ ਜਾਂ ਦਾ ਅਰਥ ਹੈ ਅਤੇ ਜਾਂ ਆ, ਜਾਂ ਇੱਕ ਜਾਂ ਦਾ ਅਰਥ ਹੈ ਜਿਸ। ਜਾਂ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੇ ਸੋਈ। ਤੇ ਜੇ ਦਾ ਪਾਠ ਜਾਂ ਕਰਾਂਗੇ ਤੇ ਅਰਥ ਕੋਈ ਨਹੀਂ ਹੋਣਾ ਬਿੰਦੀ ਲਾ ਕੇ। ਹੁਣ ਇੱਥੇ ਸਾਹਿਬ ਕਰੇ ਨੇ, ਮਨ ਰੇ ਪ੍ਰਭ ਕੀ ਸਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਦਰੀ, ਤਾ ਕੋ ਤਿਸ ਦਾ। ਕੋ ਦਾ ਅਰਥ ਕਰਾਂਗੇ ਦਾ। ਤਾਂ ਕੋ ਜਸ ਉਰਤਾਰੋ ਰਖਾਓ। ਭਾਈ ਜਿਹੜਾ ਨਾਮ ਗਨਕਾ ਵਰਗੀ ਪਾਪ ਕਰਨ ਵਾਲੀ ਔਰਤ ਨੂੰ ਵੀ ਪਵਿੱਤਰ ਕਰ ਦਿੰਦਾ ਹੈ, ਤੋ ਇਹਦੇ ਤੋਂ ਸੇਧ ਲੈ। ਗੁਰੂ ਤੇਗ ਬਹਾਦਰ ਸਾਹਿਬ ਬਚਨ ਕਰਦੇ ਆ, ਤੂੰ ਹੀ ਵਾਹਿਗੁਰੂ ਨੂੰ ਜਪਣਾ ਸ਼ੁਰੂ ਕਰ ਦੇ, ਤੂੰ ਹੀ ਰਾਮ ਬੋਲ, ਪ੍ਰਭੂ ਬੋਲ। ਇੱਥੇ ਇੱਕ ਹੋਰ ਅਰਜ਼ ਮੈਂ ਕਰਦੇ ਆ, ਸ਼ਰਨ ਵਿੱਚ ਬੜਾ ਸੁਖ ਹੈ। ਕਿਉਂਕਿ ਬੰਦਾ ਯਤਨ ਅੱਜ ਵੀ ਹੁੰਦਾ ਹੈ, ਜਿੰਨਾ ਮਰਜ਼ੀ ਕਹੀ ਜਾਓ, ਅਕਸਰ ਬੰਦਾ ਇਸ ਸਮਾਜ ਵਿੱਚ ਵੀ ਜੀਣ ਲਈ ਉਸ ਬੰਦੇ ਨਾਲ ਜ਼ਿਆਦਾ ਰਿਸ਼ਤਾ ਗੰਢਦਾ ਹੈ, ਜਾਂ ਉਹਦੇ ਨਾਲ ਮਿਲ ਵਰਤਨ ਰੱਖਦਾ ਜਿਹਦੇ ਕੋਲ ਤਾਕਤ ਬਹੁਤ ਜ਼ਿਆਦਾ ਹੈ। ਸ਼ਕਤੀ ਕਰਕੇ ਨਾ, किसी धड़ा किया मित्र सुत नाल भाई, किसी धड़ा किया कुड़म सक्के नाल जवाई, किसी धड़ा किया सिकदार चौधरी नाल अपने सवाई। हर बंदा जिहड़ा शक्ति वाले ते गुरमुखो, जिस बंदे कोल ताकत सिर्फ एक महल्ले च चलदी है, एक शहर च चलदी है, एक स्टेट चलदी, मान लो एक मुल्क चलदी है, इत्थों तक के बंदे दी ताकत इस प्लैनेट ते ही पूरी चलदी होवे, ओदी ताकत तुछ है उस रब शक्तिशाली नूं पूज जिहड़ा एक अख दे फोर विच बना भी दिंदा है ते ढा भी दिंदा है। बेनती थोड़ा जिहा टिका प्लीज बना के रखियो जे हाथ जोड़ के तुहानूं बेनती है। मन रे प्रभ की शरण विचारो, उस प्रभु दी शरण दी विचार कर। महाराज कहंदे ने जिस दा सिमरन कीतिया गनका दा उधार हो गया। हुण जिहड़ा शरण है ताकतवर शक्तिशाली दी जदों कोई शरण भी चला जाता है ना जी, उदों फिर याद रखो वो बेपरवाह हो जाता है। इत्थे मैं एक उदाहरण होर आप जी नूं देना। हुण भाई साहब गुरु गोबिंद सिंह जी का जिक्र करके गए, असी जफरनामा पढ़ने हाँ जी। जफरनामा आप सब नूं पता है, वो लिखी कोई चिट्ठी है जिन्हों विद्वान जित दी फतेहनामा कहंदे आ, पर साडे विद्वान कहंदे आ असल विच फतेहनामा नहीं, वो जित दा ऐलाननामा है। जित दा ऐलान है, मैं जित गया हाँ। सतगुरु गुरु गोबिंद सिंह उस विच दो शेर ने मैं अर्ज कर लगा। मन रे प्रभ की शरण विचारो, जे सिमरत गनका सी उदरी, ताको जस उरतारो। शरण जिन्ने ताकत वाले दी शरण जाएंगे, परवाह ना करियो। याद रखो बंदा किन्नी कुछ, जे परमात्मा बचान ते आ जाए दुनिया दी कोई ताकत वाल भी विंगा नहीं कर सकती। गुरमुखो याद रखियो, गुरु गोबिंद सिंह दे दो शेर ने। एक शेर है खुमारा कसा साया के आयद बजेर, खुमारा कसा साया के आयद बजेर, बरो दस्त दार्द ना जागे दलेर। क्योंकि पर्शियन ना पढ़न करके, फारसी दी जानकारी ना होने करके ज्यों ज्यों उलथे गुरमुखी च हुंदे गए, गुरमुखो त्यों त्यों पाठ भेद बहुत हो गए। खुमा एक पंछी है जिदे बारे अरब च कहा जाता है कि जिदे सिर दे उत्ते ओदा साया, ओदा परछावां, ओदी छाया आ जाए, वो जां सुल्तान बनदा है, चक्रवर्ती सम्राट बनदा है। हजूर कहंदे जिदे सिर दे उत्तों खुमा दा छाया परछावां लंघ जाए, वो किस्मत वाला है। कहते मेरे सिर दे उत्ते पार ब्रह्म परमेश्वर दा साया है,
ਜਿਹਦੇ ਸਿਰ ਦੇ ਉੱਤੇ ਪ੍ਰਮਾਤਮਾ ਦਾ ਸਾਇਆ ਹੋਵੇ, ਤੇਰੇ ਵਰਗੇ ਚਲਾਕ ਕਾਂ ਉਹਦਾ ਕੁਝ ਵੀ ਨਹੀਂ ਵਿਗਾੜ ਸਕਦੇ। ਹੁਣ ਆਹ ਸ਼ਬਦ ਕਾਂ ਵਰਤਣਾ, ਹੁਮਾਰਾ ਕਸਾ ਸਾਇਆ ਕੇ ਆਇਦ ਬਜ਼ੇਰ, ਬਰੋ ਦਸਤ ਦਾਰਦ ਨਾ ਜਾਗੇ। ਪਰਸਿਨ ਆਪਾਂ ਗੁਰਮੁਖੀ ਚ ਕਹਿ ਲੋ, ਪੰਜਾਬੀ ਸ਼ਬਦ ਰਹੇ ਜਾਗੇ, ਜਾਗਣ ਦਾ ਅਰਥ ਉੱਠਣਾ ਨਾ, ਜਾਗ ਲਿਓ ਰੇ ਮਨਾ, ਜਾਗ ਲਿਓ। ਇੱਥੇ ਜਾਗੇ ਇਹਦਾ ਅਰਥ ਹੈ ਕਾਂ, ਇੱਥੇ ਜਾਗੇ ਦੂਜਾ ਨਹੀਂ। ਹੁਮਾਰਾ ਕਸਾ ਸਾਇਆ ਕੇ ਆਇਦ ਬਜ਼ੇਰ, ਬਰੋ ਦਸਤ ਦਾਰਦ ਨਾ ਜਾਗੇ। ਦਲੇਰ ਕਾਂ ਬੜਾ ਚਲਾਕ ਹੁੰਦਾ ਹੈ। ਮਹਾਰਾਜ ਕਹਿੰਦੇ ਜਿਹਦੇ ਸਿਰ ਤੇ ਵਾਹਿਗੁਰੂ ਜੀ ਦਾ ਸਾਇਆ ਹੋਵੇ, ਉਹਦੇ ਤੇਰੇ ਵਰਗੇ ਚਾਤੁਰ ਕਾਂ ਵੀ ਕੁਝ ਨਹੀਂ ਵਿਗਾੜ ਸਕਦੇ। ਹੁਣ ਇੱਕ ਬੇਨਤੀ ਹੋਰ, ਇੱਕ ਹੋਰ ਸ਼ਬਦ ਹੈ, ਮੈਂ ਸਿਰਫ ਅਰਜ਼ ਕਰਨ ਲੱਗਾ, ਸ਼ਰਨ ਬੰਦੇ ਦੀ ਸ਼ਰਨ ਰੱਖਾਂਗੇ ਤੇ ਨਿਰਾਸ਼ ਹੋਵਾਂਗੇ, ਪਰਮਾਤਮਾ ਦੀ ਸ਼ਰਨ ਵੀ ਜਾ ਕੇ ਤੇ ਕਦੀ ਵੀ ਨਿਰਾਸ਼ਤਾ ਨਹੀਂ ਹੋਏਗੀ। ਕਿਉਂਕਿ ਜਿੰਨੀ ਦੇਰ ਤੱਕ ਬੰਦੇ ਕੋਲ ਤਾਕਤ ਹੈ, ਸ਼ਰਨ ਚ ਵੀ ਨਹੀਂ ਛੇਤੀ ਜਾਂਦਾ। ਕਿਉਂਕਿ ਇਹਦੇ ਸਾਹਮਣੇ ਪੈਸਾ ਖਲੋ ਜਾਂਦਾ, ਇਹਦੇ ਸਾਹਮਣੇ ਪਦਵੀ ਖਲੋ ਜਾਂਦੀ, ਇਹਦੇ ਸਾਹਮਣੇ ਧੜਾ ਖਲੋ ਜਾਂਦਾ, ਇਹਦੇ ਸਾਹਮਣੇ ਆਪਣੀ ਅਕਲ ਦੀ ਸਿਆਣਪ ਖਲੋ ਜਾਂਦੀ। ਮੈਂ ਨਾ ਸਿਆਣਾ, ਪਰ ਨਹੀਂ ਪਿਆਰੇ, ਜਦੋਂ ਇੱਕ ਇੱਕ ਆਸਰਾ ਟੁੱਟਦਾ ਹੈ ਨਾ, ਉਦੋਂ ਬੰਦੇ ਦੇ ਅੰਦਰੋਂ ਆਵਾਜ਼ ਆਉਂਦੀ, ਰੱਬਾ ਤੇਰੇ ਤੋਂ ਬਿਨਾ ਮੇਰਾ ਕੋਈ ਨਹੀਂ। ਇੱਥੇ ਸਤਿਗੁਰੂ ਸਾਨੂੰ ਕਹਿ ਰਹੇ ਨੇ ਕਿ ਭਾਈ ਇੱਕ ਸ਼ੇਰ ਹੋਰ ਹੈ, ਕਸੇ ਪੁਸ਼ਤ ਉਫਤਦ ਪਸੇ ਸ਼ੇਰੇ ਨਰ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਮੈਂ ਤਾਂ ਲਿਆ ਉਹਦੀ ਸ਼ਰਨ ਕੀ, ਕਸੇ ਪੁਸ਼ਤ ਉਫਤਦ ਪਸੇ ਸ਼ੇਰੇ ਨਰ। ਇਹਦਾ ਅਰਥ ਹੈ ਜੇ ਕੋਈ ਸ਼ੇਰ ਨਰ ਦੇ ਉਹਦੇ ਪਿੱਛੇ ਕੋਈ ਸ਼ੇਰ ਖਲੋਤਾ ਹੋਵੇ, ਜਾਂ ਸ਼ੇਰ ਦੀ ਸ਼ਰਨ ਚਲਾ ਜਾਏ, ਤੇ ਤੁਸੀਂ ਦੱਸੋ। ਮਹਾਰਾਜ ਗੁਰੂ ਗੋਬਿੰਦ ਸਿੰਘ ਕਹਿ ਰਿਹਾ ਕਿ ਜਿਹੜਾ ਸ਼ੇਰ ਦੇ ਕੋਲ ਸ਼ੇਰ ਦੀ ਸ਼ਰਨ ਚ ਹੋਵੇ, ਉਹਦੇ ਸਾਹਮਣੇ ਖਰਨ ਕਿਤੇ ਨਿਕਲ ਸਕਦਾ? ਉਹਦੇ ਸਾਹਮਣੇ ਕਦੇ ਭੇਡ ਬੱਕਰੀ ਨਿਕਲ ਸਕਦੀ ਹੈ? ਵਾਹਿਗੁਰੂ ਇਹ ਸ਼ਬਦ ਵਰਤਨੇ, ਯਾਦ ਰੱਖਿਓ, ਉਸ ਸੱਚ ਦੇ ਪੁਤਲੇ ਅਕਾਲ ਦੇ ਸੁੱਤ ਗੁਰੂ ਗੋਬਿੰਦ ਸਿੰਘ ਦੇ ਬਚਨ ਨੇ। ਤੇ ਭਾਰਤ ਦੇ ਉਸ ਵਕਤ ਦੇ ਬਾਦਸ਼ਾਹ ਨੂੰ ਸੰਬੋਧਨ ਕੀਤਾ ਹੈ, ਤੇ ਜਿਹੜੇ ਬਾਦਸ਼ਾਹ ਨੇ ਇਸ ਦਿੱਲੀ ਚ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਦਾ ਸੀਸ ਕਲਮ ਕਰਵਾਇਆ, ਹਜ਼ੂਰੋਂ ਨੂੰ ਸ਼ਬਦ ਕਹਿ ਰਿਹਾ, ਕਸੇ ਪੁਸ਼ਤ ਉਫਤਦ ਪਸੇ ਸ਼ੇਰੇ ਨਰ, ਨਾ ਗੀਰਦ ਬੂਜ਼ੋ ਮੇਸ਼ੋ ਆਹੂ ਗੁਜ਼ਰ। ਉਹਦੇ ਸਾਹਮਣੇ ਭੇਡ ਬੱਕਰੀ ਤੇ ਖਰਨ ਬਿਲਕੁਲ ਨਹੀਂ ਜਾ ਸਕਦੇ, ਜਿਹੜਾ ਸ਼ੇਰ ਦੀ ਸ਼ਰਨ ਵਿੱਚ ਹੋਵੇ। ਮੈਂ ਆਪ ਨੂੰ ਬੇਨਤੀ ਕਰਾਂਗਾ, ਥੋੜਾ ਜਿਹਾ ਹੋਰ ਮੇਰੀ ਗੱਲ ਧਿਆਨ ਨਾਲ ਸੁਣਿਓ। ਸ਼ਰਨ ਨਾਮ ਨਾਲ ਲਈ ਜਾਂਦੀ ਹੈ, ਸ਼ਰਨ ਬਾਣੀ ਨਾਲ ਲਈ ਜਾਂਦੀ ਹੈ। ਕਈ ਵਾਰੀ ਸ਼ਰਨ ਵਿੱਚ ਗਿਆ ਹੋਇਆ ਦੁੱਖ ਵਿਆਪਦਾ ਹੈ, ਖਿਮਾ ਕਰਿਓ, ਪਰ ਉਹ ਦੁੱਖ ਨੂੰ ਦੁੱਖ ਨਹੀਂ ਸਮਝਦਾ। ਇਹ ਛੋਟੀ ਜਿਹੀ ਗੱਲ ਨਹੀਂ, ਦੁੱਖ ਵਿਆਪਣਾ। ਇੱਕ ਸਤਿਗੁਰਾਂ ਦਾ ਹੋਰ ਗੁਰੂ ਗੋਬਿੰਦ ਸਿੰਘ ਦਾ ਬਚਨ ਮੈਂ ਆਪਣਾ ਸਾਂਝਾ ਕਰ ਦੇਣਾ। ਸ਼ਰਨ ਚ ਕੀ ਹੈ? ਆ ਸਾਨੂੰ ਪ੍ਰਮਾਤਮਾ ਨੇ ਜਿਹੜਾ ਮੁਖ ਦਿੱਤਾ ਹੈ, ਇਹਦੇ ਵਿੱਚ 32 ਦੰਦ ਅਸੀਂ ਕਹਿੰਦੇ 30-32 ਹੈ ਨਾ। ਇਹਨਾਂ 32 ਦੰਦਾਂ ਦੇ ਬਿਲਕੁਲ ਦਰਮਿਆਨ ਵਿਚਕਾਰ ਵਾਹਿਗੁਰੂ ਜੀ ਨੇ ਜੀਵ ਪੈਦਾ ਕੀਤੀ, ਜਿਹਦੇ ਵਿੱਚ ਕੋਈ ਅਸਥੀ ਨਹੀਂ, ਖੱਡੀ ਨਹੀਂ। ਤੇ ਇਹ ਜੀਵ ਜਦੋਂ ਵੀ ਅਸੀਂ ਬੋਲਨੇ ਆ, ਸਾਡੀ ਜ਼ਬਾਨ ਤੋਂ ਧੁਨੀ ਤਾਂ ਨਿਕਲਦੀ ਏ, ਅੱਖਰਾਂ ਦੀ ਸਾਊਂਡ ਤਾਂ ਬਣਦੀ। ਕਈ ਵਾਰੀ ਸਾਡੀ ਜੀਭ ਜਿਹੜੀ ਏ ਉਹ ਦੰਦਾਂ ਨੂੰ ਸਪਰਸ਼ ਕਰਦੀ ਹੈ। ਤਾਂ ਸਾਡੇ ਗੁਰਮੁਖੀ ਵਿੱਚ ਤਾਂ ਜੀ ਮੈਂ ਕਈ ਵਾਰੀ ਕਹਿਣਾ, ਆ ਜਿਹੜਾ ਤੱਤੇ ਵਾਲਾ ਵਰਗ ਹੈ ਨਾ, ਤੱਤਾ, ਥੱਥਾ, ਦੱਦਾ, ਧੱਦਾ, ਇਹ ਜੀਭ ਜਿੰਨੀ ਦੇਰ ਤੱਕ ਦੰਦਾਂ ਨੂੰ ਛੂੰਹਦੀ ਨਹੀਂ, ਇਹ ਧੁਨੀ ਪੈਦਾ ਹੀ ਨਹੀਂ ਹੋ ਸਕਦੀ। ਦੇਖਿਓ, ਤੱਤਾ, ਥੱਥਾ, ਦੱਦਾ, ਧੱਦਾ, ਇਹ ਇਦੋਂ ਹੀ ਬੋਲੇ ਜਾਂਦੇ ਆ ਜਦੋਂ ਜੀਭ ਦੀ ਟੀਸੀ ਐ ਦੰਦਾਂ ਦੀ ਨੋਕ ਨੂੰ ਸਪਰਸ਼ ਕਰਦੀ, ਪਰ ਦੰਦ ਜੀਭ ਨੂੰ ਕੱਟਦੇ ਕੋਈ ਨਹੀਂ। ਪ੍ਰਸ਼ਾਦਾ ਛਕਨੇ ਆ, ਭੋਜਨ ਕਤਰਿਆ ਜਾ ਰਿਹਾ, ਪਰ ਜੀਭ ਨਹੀਂ ਕਤਰੀ ਜਾ ਰਹੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਭਾਈ ਸਿੱਖੋ, ਜਿਵੇਂ 32 ਦੰਦਾਂ ਵਿੱਚ ਪਰਮਾਤਮਾ ਜੀਭ ਨੂੰ ਕੱਟਣ ਤੋਂ ਬਚਾਈ ਰੱਖਦਾ ਹੈ, ਉਹਦੀ ਸ਼ਰਨ ਵੀ ਚਲੇ ਜਾਓ, ਲੱਖਾਂ ਦੁਸ਼ਮਣ ਖੜੇ ਹੋ ਜਾਣ, ਤੱਤੀ ਵਾਹ ਨਹੀਂ ਲੱਗਣ ਦਿੰਦਾ। ਮਹਾਰਾਜ ਜੀ ਦਾ ਇਹ ਬਚਨ ਹੈ, ਜਿਸ ਨੂੰ ਸਾਜਨ ਰਾਖਸੀ ਦੁਸ਼ਮਨ ਕਵਨ ਵਿਚਾਰ, ਸ਼ਵੈ ਨ ਸਕੈ ਤੈ ਸ਼ਾਹ ਕੋ ਨੇਫਲ ਜਾਏ ਗਵਾਰ, ਜੋ ਸਾਧੂ ਸ਼ਰਣੀ ਪਰੇ ਤਿਨਕੇ ਕਵਨ ਵਿਚਾਰ, ਦੰਤ ਜੀਭ ਜਿਮ ਰਾਖਈ ਦੁਸ਼ਟ ਅਰਿਸ਼ਟ ਸੰਗਾਰ। ਮੈਂ ਸਿਰ ਪਹਿਲੀ ਬੇਨਤੀ ਕੀਤੀ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਹ ਬਚਨ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਅਸੀਂ ਸਿਰਫ 2-2 4-4 ਮਿੰਟ
जिन्हां पात्रां दा जिक्र कीता उन्हां बारे सिर्फ मन रे प्रभ की सरन विचारो, जे सिमरत गनका सी उदरी ताको जस उर तारो। उंज जे किसी ने इन्हां नूं डिटेल नाल पढ़ना होवे, एक तां भगत माल विचों मिलदा है, दूसरा भाई गुरदास साहब दीआं वारां विचों 10वीं वार विच एक पौड़ी है। गनका कौन है? अज लफ्ज वैश्या वरते है। उंज गनका एक निज नाम नहीं हुंदा। जिहड़ा गनका शब्द है ये दो शब्दां नाल बनिया, गन का। असीं कहने गनका, गन दा अर्थ हुंदा समूह, बहुत सारे। गनका दा अर्थ है जिहदे रिश्ते बहुत दे नाल ने, तां शब्द बनिया गनका। ओहदा प्रॉपर नाम की सी? नहीं, शब्द गनका गन नाल, समूह नाल। हजूर कहने जिहदा सिमरन कीतियां एक गनका वर्गी दा उधार हो गया। आप इस हिस्ट्री में शायद जानते होवोगे, वैश्या सी, लोग इहदे कोल आउंदे सन। एक दिन परमात्मा ने कृपा की, साधु आ गया। ठंड पै रही सी। गुरु तेग बहादुर साहब कहते मेरी गल मान ओए, जे इन्ने भी पाप कर चुका है ना, अज भी ओदी शरण च चला जा, वो गनका वर्गी पापन नूं भी ब्रह्म ज्ञानी बना दिंदा है। वो साधु चले गए। साधु दे हाथ च पिंजरा सी, मींह पै रहा है, ओनू राह भुल गया। जंगल च एक दीवा बल रहा है, वो सीधे चले गए। उस दीवे दी लो दरवाजे दी झीत, झीत शब्द समझने ना जी, पिंडां वाले समझणगे झीत जिहड़ी विरल हुंदी सी, ओहदे तो चानन आ रहा है। उस साधु ने बूहा चा खड़काया, अंदरों गहणियां दी छनकार, सुगंधी दियां लपटां। जदों बूहा खुलिया, वो गनका हार शिंगार करके बैठी सी। ओहदे मन सी कोई ग्राहक। उस साधु ने इक्को गल की, पुत्र, धी जां बेटा, ठंड बड़ी है, मैं रात रहना चाहना, मैं राह भुल गया। जदों इन्ने शब्द क्या, धी बेटा, वो औरत रोन लग पई। जदों वो रोई, साधु ने कहा मैं तेनों कोई अपशब्द नहीं बोलिया, जे कोई अपशब्द बोलिया होवे तां मैनूं खिमा करो, मैं सर्दी नाल फंडिया पिया, तुसीं रो पए हो। कहन लगी मैं रोई इस करके नहीं, तुसीं कोई गलत शब्द बोलिया है। इस तन दे गाहक बड़े आए, मैं समझदी सा मेरा अज कुछ भी नहीं, मैं पापां च गंदगी च गरक चुकी हां। अज भी कोई इस धरती ते है जेड़ा मेरे वर्गे पलीत होए शरीर नूं भी धी मनण वास्ते तैयार है। शब्द तां इन्ना कोई क्या। याद रखो, साधु दा औरा ही बड़ा जबरदस्त सी, ओहदा आबा मंडल बड़े कमाल दा सी। उन्हें कहा अंदर आ जाओ, अंदर ले गए। देखो ये मैं ये शब्द दे अर्थ कर रहा, ना कोई दूजियां तीजियां कहानियां। उस औरत दे अंदरों वासना एक खिन दे विच गई। याद रखो गुरमुखो, जदों गुर प्रसाद वरदा, जिन्ना मर्जी बंदे दा अंदर मलीन होवे, जदों प्रभु मेहर करदा, एक खिन विच करोड़ां जन्मां दी मैल धो दिंदा है। इस नुकते नूं समझण लई मैं अक्सर उदाहरण देना। मान लो एक बेसमेंट तहखाना है, ਉਹਦੇ दरवाजे बंद ने, 500 साल हो गया, ਉਹਨੂੰ ताला लगा है, बंद पिया है, जंगाल नाल जम चुका है, ते ਉਹਨੂੰ कोई बंदा खोलन का यत्न करे। ये बंगला साहिब भी मैं क्या ते ये कहिए भी ना अंदर ना जाई, ये 500 साल पुराना खनेरा पिया ਇਹਦੇ ਚ। अज्ञानी बंदा हाथ नहीं लाएगा, ज्ञानवान कहेगा छड़ परा ओए, ये 500 साल नहीं, ये 5 करोड़ साल भी पुराना होवे, दीवा बलन दी देर है, पुराने तो पुराना खरीना हनेरा भी चला जाता। दीवा भले अंधेरा जाए। गुरमुखो जदों रूहानियत दा चानण हुंदा है, पापां दा हनेरा अलोप हो जाता है। हनेरे दी तां होंद ही कोई नहीं जी, चानण दी अणहोंद दा नाम ही हनेरा है। चानण दी गैर हाजरी ही हनेरे दी हाजरी है। जिथे चानण आ गया उत्थे किथे हनेरा है। उन्हां इन्ने शब्द कहे, पुत्र तेनू एहसास है मैं पाप करनी है? कहंदी बिल्कुल मैनू एहसास है, किंतु एक काम कर, निराश ना हो। ते याद रखियो गुरु तेग बहादुर कदी निराश नहीं होने देंदे। मैं अज सवेरे क्या 16 ब्राह्मण आए सन जिहड़ी साडी हिस्टरी विच है, उन्हां दी गिनती खौड़स लिखी है। खौड़स दा 16
पंडित कृपा राम दत्त, ये 16 ब्राह्मण वीर आया मटन तो, क्योंकि कृपा राम दे पिता दा नाम आड़ू राम सी, उन्हां दे पिता दा नाम नारायण दास सी, उन्हां दे पिता दा नाम ब्रह्मदास सी। ब्रह्मदास दा पड़पोता है पंडित कृपा राम जी दत्त। ते याद रखियो ब्रह्मदास ओ ने जिन्हां दी गुरु नानक साहब नाल मटन दी धरती ते संवाद होया सी, जिहड़ा पढ़ पढ़ गड्डी लदी है, पढ़ पढ़ भरी है साथ। एक कृपा राम दत्त दे पड़दादे नूं सतगुरां ने रुखानी उपदेश दिता, वो सिख बन गया। पंडित कृपा राम दत्त आ एक होर, उन्हें बाद विच संस्कृत भी गुरु गोबिंद सिंह जी नूं पंडित कृपा राम दत्त ने पढ़ाई है। मैं तां कह रहा बोलन लग्या जरूर ध्यान रखियो, क्योंकि असीं कई बारी गुरु कदी द्वैश च नहीं हुंदा। होए मैं सीधे शब्द कहना पेंडू, गुरु दे अद्वैश दे शब्दां नूं द्वैश दी व्याख्या ना करिए। तुहानूं बचा दिता, तुहाडीआं धीआं बचा, मैं शब्द सुनना, गुस्सा ना करियो इस गल दा। याद रखियो गुरु दी नज़र विच दूजी धी भैन कोई नहीं हुंदी। भाई साहब कहते देख पराइयां चंगियां मावां भैणां धीआं जाने। हो सकदा कईयां नूं मेरी गल बिल्कुल चंगी नहीं लगनी, सतगुरु दे घर च नहीं हैगा। ओही पंडित कृपा राम दत्त, उन्हें संस्कृत पढ़ाई। गुरमुखो गुरु गोबिंद सिंह दा दर नहीं छड्ड के गए, उन्हें फिर अमृत दी दात लई भाई कृपा सिंह बनिया। 8 पो चमकौर दी गढ़ी विच भाई कृपा सिंह ने शहादत दा जाम पीता, जिहड़ी साडी हिस्टरी है। मैं फिर अर्ज करा, उन्होंने क्या उस गणका ने क्या मैं सच्ची मुच्ची पवित्र होना चाहनी है। वो कहन लगे फिर तू राम बोल। कहंदी मेरे तो राम नहीं बोलिया जाना। जिहदियां अखां च वासना, जिहदे जिस्म दे रोम रोम च वासना धसी होवे, जिहड़ी सोच दी वासना च होवे, मैं नहीं बोल सकांगी। उन्हां क्या फिर एक काम कर, मन तेरा तैयार है, मेरे कोल तोता ही, ये तोता राम राम बुलांदा है, इनू कोल रख लै। सच एवे गुरमत कहंदी है, ओदी बिरती नू कन्वर्ट कर ली, चेंज कर ली। एक तोता दे दिता, तोता लंघदी नू राम, बैठी नू राम। गुरु ग्रंथ साहिब कहंदे राम राम बोलदियां इन्नी को कृपा होगी, रब ने अंदर दी मैल धो के जदों मौत होई उन्होंने अपनी अखां दी पुतली बना लिया। ये गुरु ग्रंथ साहिब शब्द ने। भाई साहब ने लिखिया गणका पापन होए कै, पापां दा गलहार परोता, महापुरख अचानचक गणका वाड़े आए खलोता। दुरमत देख दयाल होए। इत्थे याद रखो गुरमत नहीं दुरमत। रब वैगुरु किला भगती ते रीझदा। आपां कहांगे जो भगती करदे उन्हां ते खुश हो। गुरमुखो इकल्ला भगती ते नहीं, जिहड़ा अत दे पापां विच धस जाए रब उहदे उत्ते भी रीझ पैंदा है, क्योंकि उहदा सुभाव दयालु है। इत्थे उन्हां ने शब्द वरत्या दुरमत देख दयाल होए। ते साधु कदी पापी नूं देख के नफरत नहीं करता। हुण अपना हुंदा है ना जी, मान लो कोई बंदा माड़ा होवे ना, ते अजकल तां मिंट लगदा फोटो खिचदे आ। मान लो किसी विकारी बंदे नूं अगला नाल ही गालां कड्ढण लग पैंदा समाज। ये किहड़े बंदे नूं मिलन गए? जे लालच नहीं प्रभु प्रेम है। जेड़ा डॉक्टर मरीज दी बीमारी देख के नफरत करदा उहनूं डॉक्टर कहाण दा हक नहीं। जेड़ा टीचर अनपढ़ नूं देख के नफरत करदा उस्ताद कादा? रुखानियत विच जुड़िया होया पापी नूं देख के नफरत नहीं करदा, अरदास करके उस पापी नूं पवित्र करन दा पूरा यतन करदा। उत्थे भाई साहब कहंदे दुरमत देख दयाल होए, हथों इस नूं दितोस तोता। तोता दे के क्या राम नाम उपदेश कर, खेल गया दे वणज सोता, अग्या लिव लगी तिस तोतियों। हुण इस तुक नूं गुरु ग्रंथ साहिब शब्द दे सुआ पढ़ावत गणका तरी भगत नाम देव जी। सुआ छूटा तोते नूं कहंदे ना, सुआ पढ़ावत गणका तरी। ते अगे महाराज कित्थे पहुंची? सो हर नैनो की पुत्री, हरी दे नेत्रां दी पुतली बन गई गणका वर्गी पापा। महाराज कहते लिव लगी तिस तोतियों नित पढ़ाए करे असोता। गुरु तेग बहादुर साहब कहते सारी जिंदगी गणका बारे सुनांदा रहे हैं, ते तू आप क्यों नहीं कमा लैंदा इनू? तू बोल राम रे मन। महाराज ने मन रे प्रभ की शरण विचारो, जे सिमरत गणका सी उदरी ताको जस उरतारो रहाओ। अगला बचन है अटल भयो।
ਧਰੂ ਜਾ ਕੇ ਸਿਮਰਨ। ਇੱਥੇ ਵੀ ਗੁਰਮੁਖੋ ਜਾ ਕੇ ਜਿਸ ਦੇ ਸਿਮਰਨ ਨਾਲ ਧਰੂ ਵਰਗਾ। ਗੁਰਬਾਣੀ ਵਿੱਚ ਉਹ ਜਿਹੜੀ ਉਮਰ ਬੈਰਾਗ ਦੀ ਦੱਸੀ ਉਹ 5 ਸਾਲ ਦੀ ਦੱਸੀ ਹੈ ਜੀ ਧਰੂ ਜੀ ਦੀ। 5 ਬਰਖ ਕੋ ਅਨਾਥ ਧਰੂ ਬਾਰਕ ਹਰ ਸਿਮਰਤ ਅਮਰ ਅਟਾਰੇ। ਉਹਨਾਂ ਦੀ ਉਮਰ 5 ਸਾਲ ਦੀ ਦੱਸੀ। ਉਹ ਗੱਲ ਤੇ ਸਿਰਫ ਇੰਨੀ ਸੀ। ਮੈਂ ਅੱਜ ਥੋੜਾ ਤਾਂ ਹੀ ਸ਼ਬਦ ਲੈ ਲਿਆ, ਇਹਦੇ ਵਿੱਚ ਪੁਰਾਣਕ ਘਟਨਾਵਾਂ ਨੇ। ਰਾਜਾ ਉਤਾਨਪਾਦ ਦੀਆਂ 2 ਰਾਣੀਆਂ ਸਨ, ਸਰੂਚੀ ਤੇ ਸੁਨੀਤੀ। ਜਿਹੜੇ ਧਰੂ ਨੇ ਇਹ ਸੁਨੀਤੀ ਦੇ ਬੇਟੇ ਸਨ। ਜਿਹੜੀ ਸਰੂਚੀ ਸੀ ਉਹਦੇ ਪੁੱਤਰ ਦਾ ਨਾਮ ਸੀ ਉੱਤਮ। ਇੱਕ ਦਿਨ ਧਰੂ ਆਇਆ ਬਾਹਰੋਂ, 5 ਸਾਲ ਦਾ ਬੱਚਾ, ਤੇ ਉਹਦੇ ਮਨ ਚ ਚਾਹ ਆਇਆ, ਪਿਤਾ ਉਤਾਨਪਾਦ ਦੀ ਗੋਦੀ 'ਚ ਬੈਠ ਗਿਆ। ਤੇ ਮਤਰੇਈ ਮਾਂ ਆਈ, ਉਹਨੇ ਸੁਰੀਚੀ ਨੇ ਨਿੱਕੇ ਜਿਹੇ ਨਿਆਣੇ ਨੂੰ ਬਾਹੋਂ ਪਕੜ ਕੇ ਗੋਦ ਚੋਂ ਬਾਹਰ ਕੱਢ ਕੇ ਕਹਿੰਦੀ ਜੇ ਇਸ ਗੋਦ 'ਚ ਬਹਿਣਾ ਸੀ ਤੇ ਇਸ ਕੁੱਖ 'ਚੋਂ ਜਨਮ ਲੈਣਾ ਸੀ। ਉਹ ਨਿਆਣਾ ਡਰ ਗਿਆ ਜੀ, ਮਾਂ ਕੋਲ ਗਿਆ। ਮੈਂ ਤਾਂ ਬੇਨਤੀ ਕਰ ਲੱਗਾ, ਇਹ ਸਤਿਗੁਰਾਂ ਨੇ, ਗੁਰੂ ਤੇਗ ਬਹਾਦਰ ਸਾਹਿਬ ਨੇ ਪੁਰਾਤਨ ਉਦਾਹਰਨ ਦਿੱਤੀਆਂ। ਉਦਾਸ ਹੋ ਗਿਆ। ਮਾਂ ਨੇ ਪੁੱਛਿਆ, ਪੁੱਤ ਹੋਇਆ ਕੀ? ਕਹਿੰਦਾ ਮੈਨੂੰ ਇੱਕ ਗੱਲ ਦੱਸ ਮਾਂ, ਤੂੰ ਰਾਣੀ ਹੈ ਕਿ ਇਸ ਘਰ 'ਚ ਗੋਲੀ ਹੈ? ਕਹਿੰਦੇ ਪੁੱਤਰ ਇਹ ਸਵਾਲ ਕਿਉਂ, ਤੇਰੀ ਉਮਰ ਕੀ? ਕਹਿੰਦਾ ਨਹੀਂ ਮੈਨੂੰ ਉੱਤਰ ਦੇ। ਅਗਲਾ ਸਵਾਲ, ਜਿਸ ਤਖਤ ਤੇ ਮੇਰਾ ਬਾਪ ਬੈਠਾ ਮੈਂ ਉਸ ਰਾਜ ਸਿੰਘਾਸਨ ਤੇ ਬਹਿ ਸਕਣਾ? ਉਹਨੇ ਕਿਹਾ ਬੱਚੇ ਦੇ ਅੰਦਰ ਇਹ ਸੋਚ ਹੋਇਆ ਕਿ ਤੈਨੂੰ ਕੀ? ਕਹਿਣ ਲੱਗੀ ਅੱਜ, ਕਹਿੰਦੇ ਨੇ ਅੱਜ ਮੈਨੂੰ ਬਾਪ ਦੀ ਗੋਦੀ ਚੋਂ ਮਾਂ ਨੇ ਧੂ ਕੇ ਬਾਹਰ ਕੱਢ ਦਿੱਤਾ ਹੈ। ਜੇ ਤੇ ਤੂੰ ਰਾਣੀ ਹੈ ਫਿਰ ਮੈਨੂੰ ਧੱਕੇ ਨਹੀਂ ਪੈਣੇ ਚਾਹੀਦੇ ਸਨ। ਜੇ ਤੂੰ ਗੋਲੀ ਹੈ ਤੇ ਮੈਂ ਕਦੀ ਗੋਦ ਵੱਲ ਨਹੀਂ ਜਾਵਾਂਗਾ। ਮਾਂ ਬੜੀ ਸਿਆਣੀ ਸੀ ਜੀ, ਉਹਨੇ ਈਰਖਾ ਦੀ ਅੱਗ ਤੇ ਤੇਲ ਨਹੀਂ ਪਾਇਆ। ਉਹਨੇ ਕਿਹਾ ਪੁੱਤ ਤਾਂ ਮੈਂ ਰਾਣੀ ਰਾਜੇ ਦੇ ਘਰ ਚ ਜੰਮੀ, ਰਾਜੇ ਦੀ ਬੇਟੀ, ਰਾਜੇ ਨਾਲ ਵਿਆਹੀਆਂ, ਪਰ ਕਸੂਰ ਤੇਰਾ ਨਹੀਂ, ਕਸੂਰ ਮੇਰਾ ਹੈ। ਜਦੋਂ ਤੂੰ ਮੇਰੇ ਉਧਰ ਸਹਿ ਮੈਂ ਬੰਦਗੀ ਨਹੀਂ ਕੀਤੀ, ਜੇ ਮੈਂ ਬੰਦਗੀ ਕੀਤੀ ਹੁੰਦੀ ਅੱਜ ਤੈਨੂੰ ਧੱਕੇ ਨਾ ਪੈਂਦੇ। ਦੇਖੋ ਮਾਂ ਜੇ ਈਰਖਾ ਵਾਲੀ ਹੁੰਦੀ ਕਿੱਧਰ ਤੋਰ ਦਿੰਦੀ। ਅਗਲੀ ਗੱਲ, ਤੂੰ ਕਹਿੰਦਾ ਰਾਜ, ਕਹਿਣ ਲੱਗੀ ਤੇਰੇ ਪਿਤਾ ਦਾ ਰਾਜ ਕੀ? ਤੂੰ ਸਿਮਰਨ ਕਰ, ਪਰਮਾਤਮਾ ਇੰਨਾ ਕੁ ਮਿਹਰ ਕਰੇਗਾ ਤੈਨੂੰ ਸਾਰੀ ਸ੍ਰਿਸ਼ਟੀ ਦਾ ਰਾਜ ਦੇ ਦੇਗਾ। ਉਹ ਬੱਚਾ ਤੁਰ ਪਿਆ ਜੀ। ਰਸਤੇ 'ਚ ਨਾਰਦ ਮੁਨੀ ਮਿਲੇ। ਨਾਰਦ ਜੀ ਨੇ ਉਪਦੇਸ਼ ਦਿੱਤਾ। ਰਾਜੇ ਨੂੰ ਪਤਾ ਲੱਗਿਆ ਮੇਰਾ 5 ਸਾਲ ਦਾ ਪੁੱਤਰ ਬੈਰਾਗੀ ਹੋ ਕੇ ਤੁਰ ਪਿਆ। ਉਹ ਪਿੱਛੇ ਦੌੜੇ, ਕਹਿਣ ਲੱਗੇ ਬੇਟਾ ਵਾਪਸ ਆਓ, ਅੱਧਾ ਰਾਜ ਤੈਨੂੰ ਦਿੱਤਾ। ਧਰੂ ਅੱਗੋਂ ਕਹਿੰਦੇ ਵਾਹ ਪਰਮਾਤਮਾ ਜੀ, ਹੁਣ ਤਾਂ ਭਰੋਸਾ ਹੋਰ ਵੀ ਵੱਜ ਗਿਆ। ਅਜੇ ਤੁਰਿਆਂ ਤੇ ਅੱਧਾ ਮਿਲਦਾ ਪਿਆ, ਜਿੱਦਣ ਤੂੰ ਮਿਲ ਗਿਆ ਉਦਣ ਕਿੰਨਾ ਕੁਝ ਮਿਲੇਗਾ। ਗੁਰੂ ਤੇਗ ਬਹਾਦਰ ਕਹਿੰਦੇ ਨੇ ਉਹ ਬੰਦਿਆ, ਤੂੰ ਰੋਜ਼ ਧਰੂ ਦੀਆਂ ਸਾਖੀਆਂ ਸੁਣਾਉਂਦਾ ਹੈ ਤੇ ਬੰਦਿਆਂ ਦਾ ਮੁਤਾਜ ਹੋਇਆ ਫਿਰ ਨਾ, ਤੂੰ ਕਿਉਂ ਨਹੀਂ ਬੰਦਗੀ ਕਰਦਾ? ਧਰੂ ਦੀ ਤਰ੍ਹਾਂ ਇੱਕ ਦਿਨ ਤੈਨੂੰ ਵੀ ਅਟਲ ਪਦਵੀ ਮਿਲ ਜਾਏ। ਇਹਦੀ ਵੀ ਡਿਟੇਲ ਹੈ। ਧਰੂ ਹੱਸਦਾ ਕਰ ਆਇਆ, ਕਰ ਪਿਆਰ ਪਿਓ ਕੁੱਛੜ ਦਿੱਤਾ। ਕੁੱਛੜ ਸ਼ਬਦ ਸਮਝਦੇ ਆ? ਹਾਂ, ਅੱਜ ਕੱਲ ਦੇ ਨਿਆਣੇ ਨੂੰ ਕੋਈ ਨਹੀਂ ਪਤਾ ਨਾ ਕੁੱਛੜ ਕੀ ਹੁੰਦਾ ਹੈ। ਹਾਂ, ਗੋਦੀ ਚੁੱਕਣਾ ਹੈ ਨਾ। ਕਰ ਪਿਆਰ ਪਿਓ ਕੁੱਛੜ ਦਿੱਤਾ, ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰਈ ਕੀਤਾ। ਡੱਡੋ ਲੀਕਾ ਮਾਂ ਪੁੱਛੇ, ਮਾਂ ਕੋਲ ਆ ਗਿਆ, ਤੂੰ ਸਾਵਾਣੀ ਹੈ ਕੇਸਰੀਤਾ? ਕਹਿੰਦੀ ਸਾਵਾਣੀ ਕਾ ਜਨਮ ਦੀ ਨਾਮ ਨਾ ਭਗਤੀ ਕਰਮ ਦ੍ਰਿੜੀਤਾ। ਪੁੱਤਰ ਕਹਿੰਦਾ ਕਿਸ ਉਦਮ ਤੇ ਰਾਜ ਮਿਲੇ, ਛਤਰੂ ਤੇ ਸਭ ਹੋਵਨ ਮੀਤਾ। ਮਾਂ ਕਹਿੰਦੀ ਪੁੱਤਰ ਪਰਮੇਸ਼ਰ ਆਰਾਧਿਆ, ਜਿੱਦੋਂ ਹੋਈ ਹੈ ਪਤਤ ਪੁਨੀਤਾ। ਬਾਹਰ ਚੱਲਿਆ ਕਰਨ ਤਪ, ਮਨ ਬੈਰਾਗੀ ਹੋਏ ਅਤੀਤਾ। ਨਾਰਦ ਮੁਨ ਉਪਦੇਸਿਆ, ਨਾਮ ਨਿਧਾਨ ਅਮਿਓ ਰਸ ਪੀਤਾ। ਪਿੱਛੋਂ ਰਾਜੈ ਸੱਦਿਆ। ਮੈਂ ਬੇਨਤੀ ਕਰਾਂਗਾ ਕਿ ਇਹ ਸਤਿਗੁਰਾਂ ਦੀ ਕਿਰਪਾ ਹੈ। ਗੁਰੂ ਤੇਗ ਬਹਾਦਰ ਸਾਹਿਬ ਸਾਨੂੰ ਕਿੰਨੀ ਬਰੀਕੀ ਚ ਲਿਚਾ ਰਹੇ ਨੇ। ਕਹਿੰਦੇ ਨੇ ਜੇ 5 ਸਾਲ ਦਾ ਬੱਚਾ ਏਡੀ ਵੱਡੀ ਤਬਦੀਲੀ ਆ ਗਈ, ਤੈਨੂੰ ਤਾਂ ਕਈ ਸਾਲ ਹੋ ਗਏ ਨੇ ਸ਼ਬਦ ਪੜ੍ਹਦਿਆਂ, ਤੂੰ ਕਿਉਂ ਨਹੀਂ ਭਗਤੀ ਕਰਦਾ? ਅਟਲ ਭਇਓ ਧਰੂ ਜਾ ਕੇ ਸਿਮਰਨ, ਅਰ ਨਿਰਭੈ ਪਦ ਪਾਇਆ। ਨਿਰਭੈ ਪਦ ਬੜੀ ਉੱਚੀ ਗੱਲ ਹੈ ਜੀ। ਨਿਰਭੈ ਪਦ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ। ਨਿਰਭੈ ਅਵਸਥਾ ਹੈ ਭਾਈ ਮਤੀ ਦਾਸ ਜੀ ਦੀ। ਨਿਰਭੈ ਅਵਸਥਾ ਹੈ ਭਾਈ ਦਿਆਲਾ ਜੀ ਦੀ। ਨਿਰਭੈ ਅਵਸਥਾ ਹੈ ਭਾਈ ਸਤੀ ਦਾਸ ਦੀ। ਨਿਰਭੈ ਅਵਸਥਾ ਹੈ ਉਸ ਸਿੱਖ ਦੀ ਜਿਹੜਾ ਹਜ਼ੂਮ ਚ ਖਲੋਤਾ ਦੇਖ ਰਿਹਾ ਹੈ ਕਿ ਮੈਂ ਗੁਰੂ ਤੇਗ ਬਹਾਦਰ ਜੀ ਦੇ ਸੀਸ ਨੂੰ ਮਿੱਟੀ ਚ ਰੁਲ ਨਹੀਂ ਦੇਣਾ। ਛੀਨੇ ਨਾਲ ਲਾ ਕੇ ਤੈ ਤੁਰਿਆ ਹੈ। ਕਿੰਨਾ ਕੁ ਡਰ ਹਕੂਮਤ ਦਾ ਉਸ ਵੇਲੇ। ਮੈਂ ਫਿਰ ਬੇਨਤੀ ਕਰਾਂ, ਅਟਲ ਭਇਓ ਧਰੂ ਜਾ ਕੇ ਸਿਮਰ, ਅਰ ਨਿਰਭੈ ਪਦ ਪਾਇਆ। ਦੁੱਖ ਹਰਤਾਏ ਬਿਦ ਕੋ ਸੁਆਮੀ, ਤੈ ਕਾਹੇ ਬਿਸਰਾ। ਯਾਦ ਰੱਖਿਓ ਉੱਥੇ ਸੀ
तू ओदा सिमरन कर जे गनका तर गई। उन्होंने कहते तू क्यों नहीं करता? अगे है जब ही शरण गई कृपा निध। ये भी भागवत पुराण की साखी है जी। जदों किरपा दे खजाने की शरण लई, गज गराह हाथी नूं तंदवे पकड़िया, गज गराह ते छूटा, महिमा नाम कहां लो बरनू, राम कहत बंधन ते टूटा। उस हाथी दे बंधन टुट गए जदों ने राम बोलिया। अखीर ते महाराज कहते अजा मल पापी। इत्थे विश्राम लावांगे, अर्थ बड़े सिद्धे होणगे। जे असीं ये पाठ करांगे ना, अजा मल पापी जग जाने, नहीं नहीं, इत्थे अजा मल पापी। अजा मल ने किन्ने, आपनूं पता राज पंडित सी जी, वेशवा नाल संबंधित सी। साधु ने कहा सी, तेरा पार उतारा तां होना है, तू अपने छोटे पुत्र दा नाम नारायण रखी। मैं तां कह रहा, भी गुरु ग्रंथ साहिब च है, अजामल प्रीत पुत्र प्रत कीनी, कर नारायण बोला रहा। ये धन गुरु रामदास दे बचन। कहने ओने क्या नारायण रखी। महाराज कहते अजामल पापी जग जाने, सारी दुनिया च परतख है, निमख माए निस्तारा। ते महाराज कहते नानक कहत चेत चिंता मन, तै भी उतरे पारा। उस चिंता दूर करने वाले वैगुरु नूं जप, तेरा भी पार उतारा हो जाएगा। मैं सिर्फ अज शब्द ही लिया है, उस सतगुरु की शरण विच आए। फिर 16 ब्राह्मण उन्होंने बेनती की, वो शब्द असी पढ़ने आ, गज के बंधन काटन हारे, तुम हो गुरु नानक अवतारे। जई ज्यों द्रौपदी राखी लाज, जिवें तुसी द्रौपदी दी लाज रखी। दै सवार सदामे काज, जिवें सदामे दे काज रखे। जिवें गज नूं तंदवे तो छड़ाया, अज औरंगजेब सच्ची मुच्ची तंदवा बन गया है। तिलक जनेऊ नूं खत्म करना चाहता है। गुरु तेग बहादुर साहब जी दी तुहाडी शरण चाहे हां। ओ गुरमुखो, बंदा सलाह देंदा हुंदा है, असीं कहना भी तुसीं तां बच सकदे हो, आह काम करो, कहने है ना। मान लो किसी बंदे ते मुसीबत पै जाए, परिवार भी फलाने बंदे को चलिए, चंगा सलाह लईए जी। महाराज जी ने बिल्कुल कोई सलाह नहीं दी, तुसीं आह करो। इक्को गल कही, तुसीं जाके कह दिओ, साडा मुरशद, साडा राहबर, साडे आगू गुरु तेग बहादुर साहब ने जेड़ा गुरु तेग बहादुर नूं कन्वर्ट कर लेगा, असीं सारे हो जाएंगे। याद रखियो, जदों आगू गुरु तेग बहादुर वर्गा होवे ते कौमां तां बचदियां ने। उहदा डुल्लिया होया खून भी अगवाई करदा है। जे आगू ही बेईमान होके विक जाए तो आगू कौमां कित्थे बचदियां। ये कौड़ी सच्चाई है। ये शब्द कहना हौमे च नहीं, जाओ कह दिओ इफ्तर खान, क्योंकि गवर्नर उन्होंने कह रहा ना, जिन्होंने शेर अफगान की उपाधि मिली, इफ्तर खान कह दिओ कि गुरु तेग बहादुर साहब दा मुर्शद गुरमुखो, मान करो उस गुरु ते जिन्ने उस वक्त दे सब तो शक्तिशाली बादशाह नूं चैलेंज किया, जे तेरी तलवार च दम है ते मैनू कन्वर्ट करके दिखा। पर फिर गुरु गोबिंद सिंह जी ने शब्द वरतिया, तिलक जन्यू राखा प्रभ ताका, कीनो बडो कलू में साका। में एक तुक लैन लगा, साधन खेत इति। ये शब्द है इति, इति का मतलब है हद, सीमा नहीं। इति ये जो शब्द बने ना, इति नेत संस्कृत दा, इति बस सीमा हद। एदा मतलब साधन खेत इति जिन करी। गुरु तेग बहादुर जो कर गए, ना इस सीमा नू पहला कोई टपे, ना आने वाले समय च टपेगा, केवल ओ ही हद बन गया। ये शब्द होंदा नेत, यदा शब्द बनता है ना नेदर ते ना इति। जो मैं कह रहा इस तो अगे भी है, जिन्होंने कहने नेत नेत बन तृण कहत। मेरी बेनती है, साधन खेत इति जिन करी। प्यारियो, शीस दिया पर सवाल ही नहीं पैदा होता हुए, शीस दे दिता, पर सच्ची मुच्ची शीस देन तो पहला आवाज आ रही सी, कर्म खंड की बाणी जोर, तित है होर ना कोई होर, तित है जोध महाबलसूर, तिन में राम रहा भरपूर, तित है सीतो सीता महिमा माहे, ताके रूप ना कथने जाए, नाव मरे न ठागे जाए, जिनके राम बसै मन माहे। किसे दी ताकत गुरु तेग बहादुर साहब नूं डुला जूगा। मैं इस करके बेनती की सो सी, उस गुरु दे सिखो, भरोसे नाल जियो दिल्ली वालिओ।
ਜਿਹੜਾ ਚਾਂਦਨੀ ਚੌਂਕ 'ਚ ਬੈਠ ਕੇ ਬਾਦਸ਼ਾਹ ਨੂੰ ਵੰਗਾਰ ਕੇ ਕਹਿੰਦਾ ਮੈਨੂੰ ਤਬਦੀਲ ਕਰਕੇ ਦਿਖਾ। ਇਹ ਬੜੀ ਵੱਡੀ ਗੱਲ ਹੈ। ਮੈਂ ਵੈਸੇ ਉਦੋਂ ਬੇਨਤੀ ਕਰਾਂਗਾ ਰਕਾਬਗੰਜ, ਬੜੀ ਵੱਡੀ ਗੱਲ ਹੈ। ਜਦੋਂ ਇਹ ਪੜ੍ਹਨੇ ਮੈਨੂੰ ਤਬਦੀਲ ਕਰਕੇ ਵਿਖਾ, ਉਦੋਂ ਬਸ ਕਹਿੰਦੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਤੁਹਾਡੇ ਚਰਨਾਂ ਤੋਂ ਜਿੰਦੜੀ ਵਾਰ ਦਈਏ, ਮੇਰੇ ਆਪਣੇ ਗੁਰੂ ਤੇ ਬੜਾ ਮਾਣ ਹੈ। ਇਸੇ ਕਰਕੇ ਪੁੱਤਰ ਨੇ ਕਿਹਾ ਜੋ ਕੁਝ ਮੇਰਾ ਬਾਪੂ ਕਰ ਗਿਆ ਕੋਈ ਨਹੀਂ ਕਰ ਸਕਦਾ। ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨੂੰ ਆਨ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰੇ।